ਤਾਂ ਤੁਹਾਡਾ ਫਿਰ ਤੋਂ ਸਵਾਗਤ ਹੈ ਅਤੇ ਇਹ ਹੈ ਲੈਕਚਰ ਨੰਬਰ 39 ਅਤੇ ਅਸੀਂ ਲੀਨੀਅਰ ਅਲਜਬਰਾ ਵਿੱਚ ਬਹੁਤ ਮਹੱਤਵਪੂਰਨ ਟੌਪਿਕ ਬਾਰੇ ਗੱਲ ਕਰਾਂਗੇ ਜੋ ਕਿ ਵੈਕਟਰ ਸਪੇਸਿਸ ਹੈ। ਅਤੇ ਸਿਰਫ ਪਿਛਲੇ ਲੈਕਚਰ ਨੂੰ ਯਾਦ ਕਰਦਿਆਂ ਜੋ ਅਸੀਂ ਵੇਖਿਆ ਹੈ ਉਦਾਹਰਨ ਦੇ ਤੌਰ ਤੇ x ਦੀ ਹੋਮੋਜੀਨੀਅਸ ਸਿਸਟਮ ਆਫ ਇਕੁਏਸ਼ਨਸ ਦਾ ਇਹ ਸੋਲਿਊਸ਼ਨ ਸੈੱਟ 0 ਦੇ ਇਕੁਅਲ ਹੈ, ਜੋ ਇੱਕ ਬਹੁਤ ਹੀ ਖਾਸ ਸੈੱਟ ਹੈ। ਇਸ ਲਈ ਇਕੁਏਸ਼ਨ ਦੀ ਇਸ ਹੋਮੋਜੀਨੀਅਸ ਸਿਸਟਮ ਦਾ ਸੋਲਿਊਸ਼ਨ ਸੈੱਟ ਇੱਕ x 0 ਦੇ ਇਕੁਅਲ ਹੈ। ਇਹ ਬਹੁਤ ਖਾਸ ਕਿਉਂ ਹੈ? ਕਿਉਂਕਿ ਇਸ ਸੈੱਟ ਵਿੱਚ ਆਓ ਇਸ ਨੂੰ ਸੈੱਟ V ਦੇ ਰੂਪ ਵਿੱਚ ਮੰਨ ਲੈਂਦੇ ਹਾਂ, ਜਿਸ ਵਿੱਚ ਇਸ ਇਕੁਏਸ਼ਨ ਦੇ ਸਾਰੇ ਸੋਲਿਊਸ਼ਨ ਹੁੰਦੇ ਹਨ, x 0 ਦੇ ਇਕੁਅਲ ਹੁੰਦਾ ਹੈ। ਫਿਰ ਜੇ ਅਸੀਂ ਇਸ ਸੈੱਟ ਦੇ ਕੋਈ ਦੋ ਐਲੀਮੈਂਟ ਲੈਂਦੇ ਹਾਂ ਤਾਂ ਦੱਸ ਦੇਈਏ ਕਿ x 1 ਹੈ ਅਤੇ ਅਸੀਂ ਇਸ ਸੈੱਟ ਤੋਂ x 2 ਵੀ ਲੈਂਦੇ ਹਾਂ। ਇਸ ਦਾ ਮਤਲਬ ਹੈ ਕਿ ਇਹ x 1 0 ਹੈ ਅਤੇ ਇਹ x 2 ਵੀ 0 ਹੈ। ਕਿਉਂਕਿ x 1 ਹੈ, ਇਹ ਵੈਕਟਰ ਵੀ ਇੱਕ ਸੋਲਿਊਸ਼ਨ ਹੈ ਅਤੇ x 2 ਵੀ ਇੱਕ ਸੋਲਿਊਸ਼ਨ ਹੈ। ਇਸ ਲਈ ਜੇ ਅਸੀਂ ਇਸ ਸੈੱਟ ਦੇ ਦੋ ਐਲੀਮੈਂਟ ਲੈਂਦੇ ਹਾਂ ਅਤੇ ਜੇ ਅਸੀਂ ਉਹਨਾਂ ਨੂੰ ਜੋੜਦੇ ਹਾਂ ਤਾਂ ਜੇ ਅਸੀਂ ਹੁਣ x 1 ਜੋੜ x 2 ਨੂੰ ਕੰਸੀਡਰ ਕਰੀਏ ਅਤੇ ਇਹ ਸਿਸਟਮ ਆਫ ਇਕੁਏਸ਼ਨਸ ਦਾ ਸੋਲਿਊਸ਼ਨ ਵੀ ਹੋਵੇਗਾ x 0 ਦੇ ਇਕੁਅਲ ਹੈ। ਇਸ ਲੀਨੀਅਰ ਪ੍ਰਾਪਰਟੀ ਦੇ ਕਾਰਨ ਇੱਥੇ ਸਾਡੇ ਕੋਲ ਇੱਕ x 1 ਅਤੇ ਫਿਰ ਇੱਕ x 2 ਹੈ ਜੋ ਇੱਕ ਮੈਟ੍ਰਿਕਸ ਵੈਕਟਰ ਪ੍ਰੋਡਕਟ ਹੈ ਅਤੇ ਇਹ 0 ਹੈ ਅਤੇ ਇਹ 0 ਹੈ। ਇਸ ਲਈ ਸਾਡੇ ਕੋਲ ਇਹ x 1 ਪਲਸ x 2 ਵੀ ਇੱਕ ਸੋਲਿਊਸ਼ਨ ਹੈ ਅਤੇ ਸਿਰਫ ਇਹ ਹੀ ਨਹੀਂ, ਜੇ ਅਸੀਂ ਇਸ ਸੈੱਟ ਦੇ ਕਿਸੇ ਐਲੀਮੈਂਟ ਨੂੰ ਲੈਂਦੇ ਹਾਂ ਅਤੇ ਜੇ ਤੁਸੀਂ ਮਲਟੀਪਲਾਈ ਬਾਏ ਰੀਅਲ ਨੰਬਰ ਕਰਦੇ ਹੋ ਤਾਂ ਮੰਨ ਲਓ ਕਿ ਲੈਂਬਡਾ ਇਹ ਲੈਂਬਡਾ x ਵੀ ਨਾਲ ਸੰਬੰਧਿਤ ਹੋਵੇਗਾ, ਕਿਉਂਕਿ ਜੇ x ਸੋਲਿਊਸ਼ਨ ਹੈ ਤਾਂ ਇਹ ਫਿਰ ਦੁਬਾਰਾ ਸੋਲਿਊਸ਼ਨ ਹੈ ਅਤੇ ਫਿਰ ਇਹ ਲੈਂਬਡਾ x, ਕਿਉਂਕਿ ਇਹ ਲੈਂਬਡਾ x ਇਹ x ਹੋਵੇਗਾ ਅਤੇ ਇਹ x 0 ਦੇਵੇਗਾ। ਇਸ ਲਈ 0 ਵਿੱਚ ਲੈਂਬਡਾ ਅਤੇ ਫਿਰ ਸਾਨੂੰ 0 ਵੈਕਟਰ ਮਿਲੇਗਾ। ਇਸ ਲਈ ਇੱਥੇ ਅਸੀਂ ਇਸ ਸੈੱਟ ਵਿੱਚ ਕੀ ਵੇਖ ਚੁੱਕੇ ਹਾਂ ਜੋ ਕਿ ਇੱਕ ਵਿਸ਼ੇਸ਼ ਕਿਸਮ ਦਾ ਸੈੱਟ ਹੈ। ਜੇ ਅਸੀਂ ਸੈੱਟ ਦੇ ਦੋ ਐਲੀਮੈਂਟ ਲੈਂਦੇ ਹਾਂ ਅਤੇ ਉਹਨਾਂ ਨੂੰ ਜੋੜਦੇ ਹਾਂ, ਜੋ ਕਿ ਸੈੱਟ ਦਾ ਇੱਕ ਐਲੀਮੈਂਟ ਵੀ ਹੈ, ਅਤੇ ਜੇ ਅਸੀਂ ਇਸ ਸੈੱਟ ਦੇ ਇਸ ਐਲੀਮੈਂਟ ਨੂੰ ਮਲਟੀਪਲਾਈ ਬਾਏ ਰੀਅਲ ਨੰਬਰ ਕਰਦੇ ਹਾਂ ਤਾਂ ਇਹ ਨਵਾਂ ਐਲੀਮੈਂਟ ਵੀ ਇਸ ਸੈੱਟ V ਦਾ ਇੱਕ ਐਲੀਮੈਂਟ ਹੁੰਦਾ ਹੈ, ਤਾਂ ਅਸੀਂ ਇਸ ਦਿਸ਼ਾ ਵਿੱਚ ਜਾ ਰਹੇ ਹਾਂ ਜਿੱਥੇ ਅਸੀਂ ਦੇਖਾਂਗੇ ਕਿ ਅਸੀਂ ਅਜਿਹੇ ਵਿਸ਼ੇਸ਼ ਸੈੱਟ ਨੂੰ ਕੀ ਕਹਿੰਦੇ ਹਾਂ ਅਤੇ ਬਿਲਕੁਲ ਇੱਥੇ ਹੀ ਵੈਕਟਰ ਸਪੇਸਿਸ ਦੀ ਸ਼ੁਰੂਆਤ ਹੁੰਦੀ ਹੈ। ਤਾਂ ਇੱਥੇ ਇਹ ਵੈਕਟਰ ਸਪੇਸਿਸ ਹੈ, ਇਹ ਇੱਥੇ ਵਿਸ਼ੇਸ਼ ਸੈੱਟ ਹਨ। ਇਸ ਲਈ ਇੱਕ ਵੈਕਟਰ ਸਪੇਸ ਨੂੰ ਦੁਬਾਰਾ ਇੱਥੇ ਸਾਨੂੰ ਵੈਕਟਰ ਸਪੇਸਿਸ ਨੂੰ ਪਰਿਭਾਸ਼ਿਤ ਕਰਨ ਦੀ ਜ਼ਰੂਰਤ ਹੈ। ਉਦਾਹਰਨ ਲਈ R ਅਤੇ ਇਹ R ਵਧੇਰੇ ਜੇਨਰਲ ਹੋ ਸਕਦਾ ਹੈ, ਜਿਵੇਂ ਕਿ ਅਸੀਂ ਇੱਥੇ ਰੀਅਲ ਨੰਬਰਾਂ ਦੇ ਸੈੱਟ ਨੂੰ ਕੰਸੀਡਰ ਕੀਤਾ ਹੈ। ਇਹ ਕੰਪਲੈਕਸ ਸੰਖਿਆਵਾਂ ਦਾ ਸੈੱਟ ਹੋ ਸਕਦਾ ਹੈ ਅਤੇ ਵਧੇਰੇ ਜੇਨਰਲ ਕੇਸਾਂ ਵਿੱਚ ਜਿਸਨੂੰ ਅਸੀਂ ਫੀਲਡ ਕਹਿੰਦੇ ਹਾਂ, ਇਹ ਕੋਈ ਵੀ ਖੇਤਰ ਹੋ ਸਕਦਾ ਹੈ, ਪਰ ਅਸੀਂ ਇਸ ਬਾਰੇ ਵਿਸਥਾਰ ਵਿੱਚ ਵਿਚਾਰ ਕਰਨ ਜਾ ਰਹੇ ਹਾਂ। ਜ਼ਿਆਦਾਤਰ ਸਮਾਂ ਅਸੀਂ ਇਸ ਵੈਕਟਰ ਸਪੇਸ ਨੂੰ ਇਸ R ਦੇ ਉੱਤੇ ਲੈ ਜਾਵਾਂਗੇ, ਕਿਉਂਕਿ ਇਸ ਸੈੱਟ V ਨੂੰ ਇੱਕ ਦੂਜੇ ਸੈੱਟ ਨਾਲ ਐਸੋਸੀਏਟਡ ਹੋਣਾ ਚਾਹੀਦਾ ਹੈ। ਅਸੀਂ ਇੱਥੇ ਇਸ ਨੂੰ ਰੀਅਲ ਨੰਬਰਾਂ ਦਾ ਸੈੱਟ R ਲਿਆ ਹੈ, ਇਸ ਲਈ ਇਹ ਵੈਕਟਰ ਸਪੇਸ ਐਲੀਮੈਂਟਾਂ ਦਾ ਇੱਕ ਸੈੱਟ ਹੈ ਅਤੇ ਇਸ ਨੂੰ ਵੈਕਟਰ ਕਹਿੰਦੇ ਹਨ। ਤਾਂ ਇਹ ਇੱਥੇ ਇੱਕ ਹੋਰ ਪੁਆਇੰਟ ਹੈ। ਮੈਂ ਇਹ ਦੱਸਣਾ ਚਾਹਾਂਗਾ ਕਿ ਇਸ ਵੈਕਟਰ ਸਪੇਸ V ਦੇ ਐਲੀਮੈਂਟਾਂ ਨੂੰ ਵੈਕਟਰ ਕਿਹਾ ਜਾਵੇਗਾ। ਇਸ ਲਈ ਇਹ ਮੈਟ੍ਰਿਸਿਸ ਹੋ ਸਕਦੇ ਹਨ, ਜੋ ਇਸ ਗੱਲ ਤੇ ਡਿਪੈਂਡ ਕਰਦਾ ਹੈ ਕਿ ਇਸ V ਵਿੱਚ ਕਿਸ ਕਿਸਮ ਦੇ ਐਲੀਮੈਂਟ ਹਨ, ਪਰ ਇਸ V ਦੇ ਐਲੀਮੈਂਟਾਂ ਨੂੰ ਅਸੀਂ ਵੈਕਟਰ ਕਹਿੰਦੇ ਹਾਂ। ਅਤੇ ਇੱਥੇ ਦੋ ਬਾਈਨਰੀ ਆਪਰੇਸ਼ਨਾਂ ਦੇ ਨਾਲ ਬਹੁਤ ਘੱਟ ਜੇਨਰਲ ਪਰਿਭਾਸ਼ਾ ਹੈ। ਇਸ ਲਈ ਸਾਨੂੰ ਇੱਥੇ ਇਸ ਸੈੱਟ V ਤੋਂ ਇਲਾਵਾ ਹੋਰ ਸੈੱਟਾਂ ਦੀ ਜ਼ਰੂਰਤ ਹੈ ਜਿਸ ਨੂੰ ਅਸੀਂ ਵੈਕਟਰ ਸਪੇਸ ਕਹਾਂਗੇ। ਸਾਨੂੰ ਇਸ ਸੈੱਟ R ਦੀ ਜ਼ਰੂਰਤ ਹੈ ਜੋ ਅਸੀਂ ਲਏ ਹਨ, ਅਤੇ ਫਿਰ ਦੋ ਬਾਈਨਰੀ ਆਪਰੇਸ਼ਨ ਜਿਨ੍ਹਾਂ ਨੂੰ ਅਸੀਂ ਵੈਕਟਰ ਜੋੜ ਕਹਿੰਦੇ ਹਾਂ, ਅਤੇ ਇਹ ਸਕੇਲਰ ਮਲਟੀਪਲੀਕੇਸ਼ਨ ਹੈ। ਇਸ ਲਈ ਸਾਡੇ ਕੋਲ ਕੀ ਹੈ? ਸਾਡੇ ਕੋਲ ਇਹ ਸੈੱਟ V ਹੈ। ਸਾਡੇ ਕੋਲ ਇੱਕ ਹੋਰ ਸੈੱਟ ਹੈ ਜੋ ਅਸੀਂ ਇੱਥੇ ਰੀਅਲ ਨੰਬਰਾਂ ਦਾ ਸੈੱਟ ਲਿਆ ਹੈ ਅਤੇ ਫਿਰ ਸਾਡੇ ਕੋਲ ਇਹ ਵੈਕਟਰ ਜੋੜ ਹੋਵੇਗਾ ਜਿਸ ਨੂੰ ਅਸੀਂ ਇਸ ਸੈੱਟ V ਨਾਲ ਪਰਿਭਾਸ਼ਿਤ ਕਰਨਾ ਹੈ, ਅਤੇ ਸਾਡੇ ਕੋਲ ਸਕੇਲਰ ਮਲਟੀਪਲੀਕੇਸ਼ਨ ਹੈ। ਇਸ ਲਈ ਸਾਨੂੰ ਇਸ ਵੈਕਟਰ ਸਪੇਸ ਨੂੰ ਪਰਿਭਾਸ਼ਿਤ ਕਰਨ ਲਈ ਇਹਨਾਂ ਚਾਰ ਚੀਜ਼ਾਂ ਨੂੰ ਪਰਿਭਾਸ਼ਿਤ ਕਰਨ ਦੀ ਲੋੜ ਹੈ। ਤਾਂ ਮੁੱਖ ਸੈੱਟ V ਇੱਥੇ ਇੱਕ ਦੂਜੇ ਦੇ ਰੀਅਲ ਸੈੱਟਾਂ ਦਾ ਸੈੱਟ ਜਾਂ ਕੰਪਲੈਕਸ ਸੰਖਿਆ ਦਾ ਸੈੱਟ ਅਤੇ ਦੋ ਅਲਜੈਬਰਿਕ ਆਪਰੇਸ਼ਨ ਹਨ ਜਿਨ੍ਹਾਂ ਨੂੰ ਅਸੀਂ ਵੈਕਟਰ ਜੋੜ ਅਤੇ ਸਕੇਲਰ ਮਲਟੀਪਲੀਕੇਸ਼ਨ ਕਹਿੰਦੇ ਹਾਂ। ਹੁਣ ਇੱਥੇ ਇਹ ਸਭ ਹੋਣ ਦੇ ਬਾਵਜੂਦ ਅਸੀਂ ਇਸ ਸੈੱਟ V ਨੂੰ ਇਹ ਵੈਕਟਰ ਸਪੇਸ ਕਦੋਂ ਕਹਿੰਦੇ ਹਾਂ? ਜਦੋਂ ਹੇਠਾਂ ਦਿੱਤੇ ਐਕਸੀਅਮਸ ਹੋਲਡ ਰਹਿੰਦੇ ਹਨ। ਤਾਂ ਇਹ ਐਕਸੀਅਮਸ ਕੀ ਹੁੰਦੇ ਹਨ?
ਪਹਿਲਾ ਇਹ ਹੈ ਕਿ ਜੇ ਅਸੀਂ ਇਸ ਸੈੱਟ V ਤੋਂ ਦੋ ਐਲੀਮੈਂਟ U ਅਤੇ V ਲੈਂਦੇ ਹਾਂ, ਅਤੇ ਜੇਕਰ ਅਸੀਂ ਉਹਨਾਂ ਨੂੰ ਜੋੜਦੇ ਹਾਂ ਤਾਂ ਨਵੇਂ ਐਲੀਮੈਂਟ ਵੀ ਇਸ ਸੈੱਟ V ਨਾਲ ਸੰਬੰਧਿਤ ਹੋਣੇ ਚਾਹੀਦੇ ਹਨ। ਇਸ ਲਈ ਇਹ ਇਸ ਸੈੱਟ ਦੀ ਐਡੀਟਿਵ ਕਲੋਜ਼ਰ ਪ੍ਰਾਪਰਟੀ ਹੈ ਕਿ ਅਸੀਂ ਕੋਈ ਵੀ ਦੋ ਐਲੀਮੈਂਟ ਲੈਂਦੇ ਹਾਂ ਅਤੇ ਇਹ ਵੈਕਟਰ ਜੋੜਦੇ ਹਾਂ, ਜਿਸ ਨੂੰ ਇਸ ਦਿੱਤੇ ਗਏ ਸੈੱਟ V ਲਈ ਪਰਿਭਾਸ਼ਿਤ ਕੀਤਾ ਜਾਣਾ ਚਾਹੀਦਾ ਹੈ। ਫਿਰ ਇਸ U ਅਤੇ V ਦਾ ਜੋੜ ਸੈੱਟ V ਨਾਲ ਸੰਬੰਧਿਤ ਹੋਣਾ ਚਾਹੀਦਾ ਹੈ। ਇੱਕ ਹੋਰ ਪ੍ਰਾਪਰਟੀ ਜੋ ਕਿ ਲੈਂਬਡਾ ਟਾਈਮਸ U ਹੈ, ਇਸ ਲਈ ਲੈਂਬਡਾ, ਜਿਸ ਨੂੰ ਸਕੇਲਰ ਕਿਹਾ ਜਾਂਦਾ ਹੈ ਕਿਉਂਕਿ ਲੈਂਬਡਾ ਰੀਅਲ ਨੰਬਰਾਂ ਦੇ ਇਸ ਸੈੱਟ ਨਾਲ ਸੰਬੰਧਿਤ ਹੁੰਦਾ ਹੈ ਜਾਂ ਕੰਪਲੈਕਸ ਨੰਬਰਾਂ ਦੇ ਸੈੱਟ ਨਾਲ ਜ਼ਿਆਦਾ ਜੇਨਰਲ ਹਨ, ਜਿਸ ਬਾਰੇ ਅਸੀਂ ਗੱਲ ਕਰ ਸਕਦੇ ਹਾਂ, ਪਰ ਅਸੀਂ ਇੱਥੇ ਰੀਅਲ ਨੰਬਰਾਂ ਦੇ ਸੈੱਟ ਤੱਕ ਹੀ ਸੀਮਿਤ ਹਾਂ। ਤਾਂ ਇਹ ਲੈਂਬਡਾ ਟਾਈਮਸ U ਇੱਕ ਸਕੇਲਰ ਮਲਟੀਪਲੀਕੇਸ਼ਨ ਹੈ। ਇਸ ਲਈ ਇੱਥੇ ਇਹ ਸਕੇਲਰ ਲੈਂਬਡਾ ਇਸ ਵੈਕਟਰ U ਨਾਲ ਮਲਟੀਪਲਾਈ ਕੀਤਾ ਗਿਆ ਹੈ। ਇਸ ਲਈ ਇਹ ਲੈਂਬਡਾ UV ਨਾਲ ਸੰਬੰਧਿਤ ਹੋਣਾ ਚਾਹੀਦਾ ਹੈ, ਜੋ ਇੱਕ ਹੋਰ ਕਲੋਜ਼ਰ ਪ੍ਰਾਪਰਟੀ ਹੈ ਜਿਸ ਨੂੰ ਅਸੀਂ ਇਸ ਸਕੇਲਰ ਮਲਟੀਪਲੀਕੇਸ਼ਨ ਦਾ ਸੰਬੰਧ ਕਹਿੰਦੇ ਹਾਂ। ਇਸ ਲਈ ਕਿਸੇ ਵੀ U ਲਈ ਲੈਂਬਡਾ U ਸੈੱਟ V ਵਿੱਚ ਵੀ ਹੋਣਾ ਚਾਹੀਦਾ ਹੈ, ਅਤੇ ਇਹਨਾਂ ਨੂੰ ਸੈੱਟ ਦੀਆਂ ਕਲੋਜ਼ਰ ਪ੍ਰਾਪਰਟੀਜ਼ ਕਿਹਾ ਜਾਂਦਾ ਹੈ। ਅਤੇ ਹੋਰ ਵੀ ਬਹੁਤ ਸਾਰੀਆਂ ਪ੍ਰਾਪਰਟੀਜ਼ ਹਨ ਜੋ ਸਾਡੀ ਇਸ ਚਰਚਾ ਲਈ ਇੰਨੀਆਂ ਮਹੱਤਵਪੂਰਨ ਨਹੀਂ ਹਨ, ਪਰ ਸਾਨੂੰ ਉਹਨਾਂ ਨੂੰ ਸੰਪੂਰਨਤਾ ਲਈ ਦੱਸਣ ਦੀ ਜ਼ਰੂਰਤ ਹੈ ਕਿਉਂਕਿ ਸਾਡੀਆਂ ਜ਼ਿਆਦਾਤਰ ਉਦਾਹਰਨਾਂ ਵਿੱਚ ਇਹ ਸਾਰੀਆਂ ਪ੍ਰਾਪਰਟੀਜ਼ ਮਾਮੂਲੀ ਤੌਰ ਤੇ ਅੱਗੇ ਵਧਣਗੀਆਂ, ਪਰ ਇਹ ਦੋ ਪ੍ਰਾਪਰਟੀਜ਼ ਸਭ ਤੋਂ ਮਹੱਤਵਪੂਰਨ ਪ੍ਰਾਪਰਟੀਜ਼ ਹਨ ਜਿਨ੍ਹਾਂ ਨੂੰ ਅਸੀਂ ਕਲੋਜ਼ਰ ਪ੍ਰਾਪਰਟੀਜ਼ ਕਹਿੰਦੇ ਹਾਂ। ਇਸ ਲਈ ਇੱਥੇ ਤੀਜਾ ਇਹ ਹੈ ਕਿ U ਜੋੜ ਵੀ ਲਾਜ਼ਮੀ ਤੌਰ ਤੇ ਇਸ ਸੈੱਟ V ਦੇ ਕਿਸੇ ਵੀ ਐਲੀਮੈਂਟ ਲਈ UV ਪਲਸ U ਦੇ ਇਕੁਅਲ ਹੋਣਾ ਚਾਹੀਦਾ ਹੈ, ਅਤੇ ਇਹ ਇਹਨਾਂ ਵੈਕਟਰਾਂ ਦੀ ਕਮਿਊਟੇਟਿਵਿਟੀ ਪ੍ਰਾਪਰਟੀ ਹੈ। ਇੱਕ ਹੋਰ, ਜੋ ਇੱਥੇ U ਪਲਸ ਪਹਿਲਾਂ ਅਸੀਂ V ਪਲਸ W ਜੋੜਦੇ ਹਾਂ, ਜਾਂ ਪਹਿਲਾਂ ਅਸੀਂ ਇਸ U ਪਲਸ V ਨੂੰ ਜੋੜਦੇ ਹਾਂ ਅਤੇ ਉਸ W ਨੂੰ ਜੋੜਦੇ ਹਾਂ, ਤਾਂ ਨਤੀਜਾ ਇੱਕੋ ਜਿਹਾ ਹੋਣਾ ਚਾਹੀਦਾ ਹੈ ਅਤੇ ਇਸ ਨੂੰ ਐਸੋਸਿਏਟਿਵਿਟੀ ਪ੍ਰਾਪਰਟੀ ਕਿਹਾ ਜਾਂਦਾ ਹੈ। ਤਾਂ ਸਾਡੇ ਕੋਲ ਦੁਬਾਰਾ ਸਿਫਰ ਵੈਕਟਰ ਦੀ ਇਹ ਹੋਂਦ ਹੈ। ਅਸੀਂ ਸਿਫਰ ਵੈਕਟਰ ਨੂੰ ਕਿਵੇਂ ਪਰਿਭਾਸ਼ਿਤ ਕਰਦੇ ਹਾਂ? ਇਸ ਸੈੱਟ V ਵਿੱਚ ਸਿਫਰ ਵੈਕਟਰ ਹੋਣਾ ਲਾਜ਼ਮੀ ਹੈ ਜਿਸ ਬਾਰੇ ਅਸੀਂ ਹੁਣ ਪ੍ਰਸੰਗਬੱਧ ਹਾਂ। ਤਾਂ ਇਹ ਸਿਫਰ ਉੱਥੇ ਹੋਣਾ ਚਾਹੀਦਾ ਹੈ, ਅਤੇ ਸਿਫਰ ਦੀ ਪ੍ਰਾਪਰਟੀ ਕੀ ਹੈ ਕਿ ਜੇ ਅਸੀਂ ਇਸ ਸੈੱਟ V ਦੇ ਕਿਸੇ ਵੀ ਐਲੀਮੈਂਟ ਵਿੱਚ ਇਹ ਸਿਫਰ ਜੋੜਦੇ ਹਾਂ ਤਾਂ ਉਹ ਐਲੀਮੈਂਟ ਬਿਲਕੁਲ ਉਸੇ ਤਰ੍ਹਾਂ ਰਹੇਗਾ। ਇਸ ਲਈ ਇਸ ਨੂੰ ਸਿਫਰ ਵੈਕਟਰ ਕਿਹਾ ਜਾਂਦਾ ਹੈ ਅਤੇ ਇਹ ਲਾਜ਼ਮੀ ਤੌਰ ਤੇ ਸੈੱਟ V ਵਿੱਚ ਹੋਣਾ ਚਾਹੀਦਾ ਹੈ। ਇੱਕ ਹੋਰ, ਹਰੇਕ U ਲਈ ਇਸ ਸੈੱਟ V ਦੇ ਹਰੇਕ ਐਲੀਮੈਂਟ ਲਈ ਇੱਕ ਵੈਕਟਰ V ਐਗਜ਼ਿਸਟ ਕਰਨਾ ਲਾਜ਼ਮੀ ਹੈ ਜੋ -U ਦੁਆਰਾ ਦਰਸਾਇਆ ਜਾਂਦਾ ਹੈ। ਤਾਂ ਇਹ ਸਿਰਫ ਇੱਥੇ ਇੱਕ ਨੋਟੇਸ਼ਨ ਹੈ ਜੋ ਕਿ -U ਦਾ ਨੈਗੇਟਿਵ ਹੈ, ਜਿਵੇਂ ਕਿ ਜਦੋਂ ਅਸੀਂ ਇਸ U ਅਤੇ ਇਸ U ਦਾ ਨੈਗੇਟਿਵ ਜੋੜਦੇ ਹਾਂ ਤਾਂ ਸਾਨੂੰ ਸਿਫਰ ਵੈਕਟਰ ਹੀ ਪ੍ਰਾਪਤ ਹੋਣਾ ਚਾਹੀਦਾ ਹੈ, ਜੋ ਕਿ ਸੈੱਟ ਵਿੱਚ ਪਹਿਲਾਂ ਹੀ ਮੌਜੂਦ ਹੈ। ਫਿਰ ਇੱਕ ਹੋਰ, ਇਹ ਇਸ ਸਕੇਲਰ ਮਲਟੀਪਲੀਕੇਸ਼ਨ ਨਾਲ ਸੰਬੰਧਿਤ ਪ੍ਰਾਪਰਟੀ ਹੈ, ਜਿਸ ਨੂੰ ਅਸੀਂ ਇੱਥੇ U ਨਾਲ ਮਲਟੀਪਲਾਈ ਕਰ ਰਹੇ ਹਾਂ, ਜਾਂ ਅਸੀਂ ਪਹਿਲਾਂ ਰੀਅਲ ਨੰਬਰਾਂ ਦੇ ਇਸ ਸੈੱਟ ਵਿੱਚ ਲੈਂਬਡਾ ਅਤੇ MU ਨੂੰ ਮਲਟੀਪਲਾਈ ਕਰਦੇ ਹਾਂ ਅਤੇ ਫਿਰ ਅਸੀਂ ਇਸ ਨਾਲ ਮਲਟੀਪਲਾਈ ਕਰਦੇ ਹਾਂ, ਤਾਂ ਨਤੀਜਾ ਰੀਅਲ ਨੰਬਰਾਂ ਦੇ ਇਸ ਸੈੱਟ ਤੋਂ ਸਾਰੇ ਲੈਂਬਡਾ ਅਤੇ ਇਹ U ਇਸ ਸੈੱਟ V ਅਤੇ SMU ਲਈ ਇੱਕੋ ਜਿਹਾ ਹੋਣਾ ਚਾਹੀਦਾ ਹੈ। ਅਤੇ ਇਹ ਫਿਰ ਇਸ ਸਕੇਲਰ ਮਲਟੀਪਲੀਕੇਸ਼ਨ ਨਾਲ ਸੰਬੰਧਿਤ ਐਸੋਸੀਏਸ਼ਨ ਪ੍ਰਾਪਰਟੀ ਹੈ, ਅਤੇ ਇਸ ਤੋਂ ਇਲਾਵਾ ਸਾਡੇ ਕੋਲ ਇਹ ਲੈਂਬਡਾ ਟਾਈਮਸ V ਜੋੜ U ਹੈ ਜੋ ਲੈਂਬਡਾ U ਜੋੜ ਲੈਂਬਡਾ V ਅਤੇ ਸਾਰੇ ਲੈਂਬਡਾ ਅਤੇ ਇਸ ਸੈੱਟ V ਤੋਂ ਸਾਰੇ UV ਲਈ ਬਰਾਬਰ ਹੋਣਾ ਚਾਹੀਦਾ ਹੈ। ਇਸ ਨੂੰ ਇਸ ਸਕੇਲਰਾਂ ਅਤੇ ਵੈਕਟਰਾਂ ਦੀ ਡਿਸਟ੍ਰੀਬਿਊਟਿਵ ਪ੍ਰਾਪਰਟੀ ਕਿਹਾ ਜਾਂਦਾ ਹੈ। ਅਤੇ ਫਿਰ ਸਾਡੇ ਕੋਲ ਇਹ ਲੈਂਬਡਾ ਪਲਸ M ਹੈ। ਜੇ ਅਸੀਂ U ਨਾਲ ਮਲਟੀਪਲਾਈ ਕਰਦੇ ਹਾਂ ਤਾਂ ਇਹ U ਤੋਂ ਲੈਂਬਡਾ U ਪਲਸ MU ਟਾਈਮਸ ਦੇ ਇਕੁਅਲ ਹੋਣਾ ਚਾਹੀਦਾ ਹੈ, ਅਤੇ ਇਹ R ਅਤੇ UV ਤੋਂ ਸਾਰੇ ਲੈਂਬਡਾ MU ਲਈ ਹੋਲਡ ਕਰਨੇ ਚਾਹੀਦੇ ਹਨ। ਇਸ ਲਈ ਇਹ ਫਿਰ ਇਹਨਾਂ ਸਕੇਲਰਾਂ ਅਤੇ ਵੈਕਟਰਾਂ ਦੀ ਡਿਸਟ੍ਰੀਬਿਊਟਿਵ ਪ੍ਰਾਪਰਟੀ ਹੈ। ਅਤੇ ਆਖਰੀ ਵਿੱਚ ਇਹ ਕਿ ਇਸ ਸੈੱਟ V ਤੋਂ ਹਰੇਕ U ਲਈ ਸਾਡੇ ਕੋਲ ਹੋਣਾ ਚਾਹੀਦਾ ਹੈ ਕਿ ਇੱਕ U ਵਿੱਚ ਇੱਕ R ਇੱਕ ਆਈਡੈਂਟਿਟੀ ਐਲੀਮੈਂਟ ਹੈ। ਇਸ ਲਈ ਰੀਅਲ ਨੰਬਰਾਂ ਦੇ ਇਸ ਰੀਅਲ ਨੰਬਰਾਂ ਦੇ ਸੈੱਟ ਦੇ ਮਾਮਲੇ ਵਿੱਚ ਨੰਬਰ R ਹੈ। ਤਾਂ ਜੇ ਅਸੀਂ U ਨੂੰ ਇਸ ਨਾਲ ਮਲਟੀਪਲਾਈ ਕਰਦੇ ਹਾਂ ਤਾਂ ਇਹ ਦੁਬਾਰਾ ਇੱਥੇ ਸਕੇਲਰ ਮਲਟੀਪਲੀਕੇਸ਼ਨ ਹੈ ਜਿਸ ਨੂੰ ਇੱਥੇ ਹਰੇਕ ਸੈੱਟ ਲਈ ਪਰਿਭਾਸ਼ਿਤ ਕੀਤਾ ਜਾਣਾ ਚਾਹੀਦਾ ਹੈ, ਅਤੇ ਇਹ U ਦੇ ਇਕੁਅਲ ਹੋਣਾ ਚਾਹੀਦਾ ਹੈ।
ਅਤੇ ਇਹ ਇੱਕ ਵਾਰ ਫਿਰ ਇੱਕ ਕਿਸਮ ਦੀ ਪ੍ਰਾਪਰਟੀ ਹੈ ਜਿਸ ਨੂੰ ਇਸ U ਦੇ ਸਾਰੇ ਐਲੀਮੈਂਟਾਂ ਨੂੰ ਸੰਤੁਸ਼ਟ ਕਰਨਾ ਚਾਹੀਦਾ ਹੈ। ਸਾਡੇ ਕੋਲ ਬਹੁਤ ਸਾਰੀਆਂ ਪ੍ਰਾਪਰਟੀਜ਼ ਹਨ, ਪਰ ਜਿਵੇਂ ਕਿ ਮੈਂ ਸ਼ੁਰੂ ਵਿੱਚ ਕਿਹਾ ਸੀ ਕਿ ਇਹ ਦੋਵੇਂ ਪ੍ਰਾਪਰਟੀਜ਼ ਇੱਥੇ ਸਭ ਤੋਂ ਮਹੱਤਵਪੂਰਨ ਹਨ। ਇਹ ਕਲੋਜ਼ਰ ਪ੍ਰਾਪਰਟੀਜ਼ ਹਨ ਜੋ U ਪਲੱਸ V ਸੈੱਟ ਵਿੱਚ ਹੋਣੀਆਂ ਚਾਹੀਦੀਆਂ ਹਨ ਅਤੇ ਲੈਂਬਡਾ ਟਾਈਮਸ U ਸਭ U ਲਈ ਸੈੱਟ ਵਿੱਚ ਅਤੇ R ਤੋਂ ਸਾਰੇ ਲੈਂਬਡਾ ਲਈ ਹੋਣੀਆਂ ਚਾਹੀਦੀਆਂ ਹਨ। ਇਹਨਾਂ ਦੋਵਾਂ ਪ੍ਰਾਪਰਟੀਜ਼ ਦੇ ਨਾਲ ਅਤੇ ਹੋਰ ਵੀ ਪ੍ਰਾਪਰਟੀਜ਼ ਹਨ ਜਿਨ੍ਹਾਂ ਨੂੰ ਸਾਨੂੰ ਇਸ ਸਿਫਰ ਵੈਕਟਰ ਦੀ ਹੋਂਦ ਨੈਗੇਟਿਵਿਟੀ ਦੀ ਹੋਂਦ ਵਾਂਗ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਅਤੇ ਹੋਰ ਸਭ ਇਹ ਡਿਸਟ੍ਰੀਬਿਊਟਿਵਿਟੀ ਪ੍ਰਾਪਰਟੀ, ਐਸੋਸੀਏਟਿਵਿਟੀ ਪ੍ਰਾਪਰਟੀ ਆਦਿ ਨੂੰ ਇਸ ਸੈੱਟ ਲਈ ਰੱਖਣਾ ਚਾਹੀਦਾ ਹੈ। ਫਿਰ ਅਸੀਂ ਇਸ ਸੈੱਟ V ਨੂੰ ਵੈਕਟਰ ਸਪੇਸ ਵਜੋਂ ਬੁਲਾਵਾਂਗੇ। ਤਾਂ ਹੁਣ ਅਸੀਂ ਕੁਝ ਉਦਾਹਰਨਾਂ ਦੇਖਾਂਗੇ ਜਿੱਥੇ ਅਸੀਂ ਬਿਹਤਰ ਤਰੀਕੇ ਨਾਲ ਸਮਝਾਂਗੇ ਕਿ ਇਹ ਵੈਕਟਰ ਸਪੇਸ ਕੀ ਹੁੰਦੀ ਹੈ। ਪਹਿਲੀ ਉਦਾਹਰਨ ਜਿਸ ਤੇ ਅਸੀਂ ਵਿਚਾਰ ਕਰ ਰਹੇ ਹਾਂ ਉਹ ਹੈ ਵੈਕਟਰ ਸਪੇਸ Rn ਓਵਰ R। ਤਾਂ Rn ਕੀ ਹੈ ਅਤੇ ਇਸ Rn ਦੇ ਤੱਤ ਕਿਵੇਂ ਦਿਖਾਈ ਦਿੰਦੇ ਹਨ? ਤਾਂ ਇਹ Rn ਸਾਰੇ ਕ੍ਰਮਬੱਧ n ਟਪਲਸ ਦਾ ਸੈੱਟ ਹੈ, ਭਾਵ ਸਾਡੇ ਕੋਲ ਇਸ ਕਿਸਮ A1 A2 A3 N ਦੇ ਐਲੀਮੈਂਟ ਹਨ ਅਤੇ ਇਹ ਸਾਰੇ ਇਹ ਰੀਅਲ ਨੰਬਰਾਂ ਤੋਂ ਹਨ। ਇਸ ਲਈ ਇਹ Rn ਦੇ ਤੱਤ ਇਸ ਸੈੱਟ ਦੇ ਹਰੇਕ ਤੱਤ ਵਿੱਚ n ਕੰਪੋਨੈਂਟ ਹੋਣਗੇ ਅਤੇ ਇੱਥੇ ਸਾਨੂੰ ਇਸ ਵੈਕਟਰ ਜੋੜ ਅਤੇ ਸਕੇਲਰ ਮਲਟੀਪਲੀਕੇਸ਼ਨ ਨੂੰ ਦੁਬਾਰਾ ਪਰਿਭਾਸ਼ਿਤ ਕਰਨ ਦੀ ਲੋੜ ਹੈ। ਫਿਰ ਹੀ ਅਸੀਂ ਇਹ ਕਹਾਂਗੇ ਕਿ ਇਹ ਇਸ ਸਕੇਲਰ ਮਲਟੀਪਲੀਕੇਸ਼ਨ ਦੇ ਸੰਬੰਧ ਵਿੱਚ ਇੱਕ ਵੈਕਟਰ ਸਪੇਸ ਹੈ। ਇਹ ਵੈਕਟਰ ਜੋੜ ਅਤੇ ਸੈੱਟ ਰੀਅਲ ਨੰਬਰ R ਹੈ ਜਿਸ ਨੂੰ ਅਸੀਂ ਕੰਸੀਡਰ ਕਰ ਰਹੇ ਹਾਂ। ਤਾਂ ਇੱਥੇ ਵੈਕਟਰ ਜੋੜ ਅਤੇ ਇਸ ਸਕੇਲਰ ਮਲਟੀਪਲੀਕੇਸ਼ਨ ਨੂੰ ਆਮ ਵਾਂਗ ਹੀ ਪਰਿਭਾਸ਼ਿਤ ਕੀਤਾ ਜਾਂਦਾ ਹੈ। ਤਾਂ ਜਦੋਂ ਅਸੀਂ ਇਹਨਾਂ ਦੋ ਐਲੀਮੈਂਟਾਂ ਨੂੰ ਇੱਥੇ ਲੈਂਦੇ ਹਾਂ ਤਾਂ ਇਸ ਸੈੱਟ V ਤੋਂ A1 A2 N ਅਤੇ B1 B2 Bn ਅਤੇ ਜਦੋਂ ਅਸੀਂ ਉਹਨਾਂ ਨੂੰ ਜੋੜਦੇ ਹਾਂ ਤਾਂ ਨਵਾਂ ਐਲੀਮੈਂਟ ਇੱਥੇ ਸਿਰਫ ਕੰਪੋਨੈਂਟ ਅਨੁਸਾਰ ਜੁੜੇਗਾ। ਇਸ ਲਈ ਸਭ ਤੋਂ ਪਹਿਲਾਂ A1 ਜੋੜ B1 ਇਸ ਨਵੇਂ ਐਲੀਮੈਂਟ ਦਾ ਪਹਿਲਾ ਐਲੀਮੈਂਟ ਪਹਿਲਾ ਕੰਪੋਨੈਂਟ ਹੋਵੇਗਾ ਇੱਥੇ A2 ਜੋੜ B2 ਅਤੇ ਇਸ ਤਰ੍ਹਾਂ An ਜੋੜ Bn। ਤਾਂ ਇਸ ਵਿਸ਼ੇਸ਼ ਕੇਸ ਵਿੱਚ ਜੋੜ ਕਿਵੇਂ ਕੰਮ ਕਰਦਾ ਹੈ ਅਤੇ ਮਲਟੀਪਲੀਕੇਸ਼ਨ ਸਕੇਲਰ ਮਲਟੀਪਲੀਕੇਸ਼ਨ ਲਈ ਤਾਂ ਜਦੋਂ ਅਸੀਂ ਇਸ ਸਕੇਲਰ ਲੈਂਬਡਾ ਦੁਆਰਾ ਇਸ A1 A2 A3 En ਨੂੰ ਮਲਟੀਪਲਾਈ ਕਰਦੇ ਹਾਂ ਤਾਂ ਉਸ ਕੇਸ ਵਿੱਚ ਸਾਨੂੰ ਹੁਣ ਇੱਥੇ ਆਉਣਾ ਚਾਹੀਦਾ ਹੈ ਨਵਾਂ ਤੱਤ ਇਸ ਲੈਂਬਡਾ ਦੇ ਇਸ ਤੱਤ ਦੇ ਹਰੇਕ ਤੱਤ ਜਾਂ ਇਸ ਸੈੱਟ V ਦੇ ਮੈਂਬਰ ਅਤੇ R ਤੋਂ ਸਾਰੇ ਲੈਂਬਡਾ ਲਈ ਸਿਰਫ ਮਲਟੀਪਲੀਕੇਸ਼ਨ ਹੋਵੇਗਾ। ਇਸ ਤਰ੍ਹਾਂ ਇਹ ਵੈਕਟਰ ਜੋੜ ਅਤੇ ਸਕੇਲਰ ਮਲਟੀਪਲੀਕੇਸ਼ਨ ਨੂੰ ਇਸ ਸੈੱਟ ਲਈ ਪਰਿਭਾਸ਼ਿਤ ਕੀਤਾ ਗਿਆ ਹੈ ਅਤੇ ਅਸੀਂ ਹੁਣ ਉਹਨਾਂ ਦੋ ਕਲੋਜ਼ਰ ਪ੍ਰਾਪਰਟੀਜ਼ ਨੂੰ ਆਸਾਨੀ ਨਾਲ ਵੇਖ ਸਕਦੇ ਹਾਂ ਕਿਉਂਕਿ ਬਾਕੀ ਸਾਰੇ ਇਸ ਕੇਸ ਵਿੱਚ ਫਿਰ ਮਾਮੂਲੀ ਹਨ। ਉਦਾਹਰਨ ਲਈ ਸਿਫਰ ਐਲੀਮੈਂਟ ਉਦੋਂ ਹੋਵੇਗਾ ਜਦੋਂ ਇਹ ਸਾਰੇ ਕੰਪੋਨੈਂਟ ਸਿਫਰ ਹੋਣਗੇ ਅਤੇ ਇਸ ਤਰ੍ਹਾਂ ਨੈਗੇਟਿਵ ਐਲੀਮੈਂਟ ਉਦੋਂ ਹੋਣਗੇ ਜਦੋਂ ਅਸੀਂ ਹਰੇਕ ਦੇ ਸਾਹਮਣੇ ਮਾਈਨਸ ਦਾ ਚਿੰਨ੍ਹ ਲਗਾਵਾਂਗੇ ਤਾਂ ਜੋ ਦਿੱਤੇ ਗਏ ਐਲੀਮੈਂਟ ਦਾ ਨੈਗੇਟਿਵ ਐਲੀਮੈਂਟ ਹੋਵੇ। ਇਸ ਲਈ ਉਹਨਾਂ ਸਾਰੀਆਂ ਹੋਂਦਾਂ ਨਾਲ ਇਸ ਕਮੂਟੇਟਿਵਿਟੀ ਪ੍ਰਾਪਰਟੀ ਆਦਿ ਨੂੰ ਵੈਰੀਫਾਈ ਕੀਤਾ ਜਾ ਸਕਦਾ ਹੈ। ਇਸ ਲਈ ਫਿਰ ਵੀ ਮਹੱਤਵਪੂਰਨ ਕੀ ਹੈ ਕਲੋਜ਼ਰ ਪ੍ਰਾਪਰਟੀਜ਼ ਜੋ ਇੱਥੇ ਫਿਰ ਮਾਮੂਲੀ ਹਨ। ਇਸ ਲਈ ਜਦੋਂ ਅਸੀਂ ਇੱਥੇ ਦੋ ਐਲੀਮੈਂਟ ਜੋੜਦੇ ਹਾਂ ਤਾਂ ਸਾਨੂੰ ਇੱਕ ਨਵਾਂ ਐਲੀਮੈਂਟ ਪ੍ਰਾਪਤ ਹੋ ਰਿਹਾ ਹੈ ਅਤੇ ਇਹ ਵੀ ਇਸ Rn ਨਾਲ ਸੰਬੰਧਿਤ ਹੈ ਕਿਉਂਕਿ ਇਹ ਦੁਬਾਰਾ ਇਸ Rn ਦਾ ਐਲੀਮੈਂਟ ਹੈ। ਤਾਂ ਵੈਕਟਰ ਜੋੜ ਦੇ ਸੰਬੰਧ ਵਿੱਚ ਇਹ ਕਲੋਜ਼ਰ ਪ੍ਰਾਪਰਟੀ ਸੰਤੁਸ਼ਟ ਹੈ ਅਤੇ ਸਕੇਲਰ ਮਲਟੀਪਲੀਕੇਸ਼ਨ ਲਈ ਵੀ। ਇਸ ਲਈ ਇੱਥੇ ਇਹ ਨਵਾਂ ਐਲੀਮੈਂਟ ਲੈਂਬਡਾ A1 2 ਆਦਿ ਲੈਂਬਡਾ A ਅਤੇ ਇਸ ਤਰ੍ਹਾਂ ਇਹ ਵੀ ਇਸ ਸੈੱਟ Rn ਨਾਲ ਸੰਬੰਧਿਤ ਹੈ। ਤਾਂ ਦੋਵੇਂ ਕਲੋਜ਼ਰ ਪ੍ਰਾਪਰਟੀਜ਼ ਸੰਤੁਸ਼ਟ ਹਨ ਅਤੇ ਬਾਕੀ ਸਾਰੀਆਂ ਪ੍ਰਾਪਰਟੀਜ਼ ਦੀ ਕੋਈ ਵੀ ਆਸਾਨੀ ਨਾਲ ਜਾਂਚ ਕਰ ਸਕਦਾ ਹੈ ਕਿ ਉਹ ਵੀ ਸੰਤੁਸ਼ਟ ਹਨ। ਇਹ ਸੈੱਟ Rn ਇੱਕ ਵੈਕਟਰ ਸਪੇਸ ਹੈ ਅਤੇ ਅਸੀਂ ਇਸ ਬਾਰੇ ਗੱਲ ਕਰ ਸਕਦੇ ਹਾਂ ਅਤੇ ਅਸੀਂ ਇੱਥੇ ਕੋਈ ਵੀ ਇੰਟੀਜਰ ਲੈ ਸਕਦੇ ਹਾਂ। ਇਸ ਲਈ R ਓਵਰ R ਇੱਕ ਵੈਕਟਰ ਸਪੇਸ ਹੈ, R2 ਓਵਰ R ਇੱਕ ਵੈਕਟਰ ਸਪੇਸ ਹੈ ਆਦਿ। ਹੁਣ ਇਹ ਸਪਸ਼ਟ ਹੈ ਕਿ ਜੋ ਵੀ ਅਸੀਂ ਇੱਥੇ ਲੈਂਦੇ ਹਾਂ, ਉਦਾਹਰਨ ਦੇ ਤੌਰ ਤੇ R3, ਉਹ ਵੀ R ਉੱਤੇ ਇੱਕ ਵੈਕਟਰ ਸਪੇਸ ਹੁੰਦਾ ਹੈ। ਖੈਰ ਇਸ ਲਈ ਹੁਣ ਇੱਥੇ ਅਗਲੀ ਉਦਾਹਰਨ ਤੇ ਜਾ ਰਹੇ ਹਾਂ ਅਤੇ ਇਸ ਵਿੱਚ ਅਸੀਂ ਪੋਲੀਨੋਮੀਅਲ ਸਪੇਸ ਕੰਸੀਡਰ ਕਰਾਂਗੇ। ਤਾਂ ਇੱਥੇ ਅਸੀਂ ਇਸ Pnt
ਨੂੰ ਦੁਬਾਰਾ R ਉੱਤੇ ਕੰਸੀਡਰ ਕਰ ਰਹੇ ਹਾਂ ਜਿਵੇਂ ਕਿ ਮੈਂ ਕਿਹਾ ਸੀ ਕਿ ਅਸੀਂ ਇੱਥੇ ਰੀਅਲ ਨੰਬਰਾਂ ਦੇ ਇੱਕ ਸੈੱਟ ਤੱਕ ਹੀ ਸੀਮਿਤ ਰਵਾਂਗੇ ਤਾਂ PNT ਦੇ ਤੱਤ ਕਿਵੇਂ ਦਿਖਾਈ ਦਿੰਦੇ ਹਨ ਤਾਂ PNT n ਤੋਂ ਘੱਟ ਜਾਂ ਇਸ ਦੇ ਇਕੁਅਲ ਡਿਗਰੀ ਦੇ ਸਾਰੇ ਪੋਲੀਨੋਮੀਅਲ ਸੈੱਟਾਂ ਦੇ ਸੈੱਟ ਨੂੰ ਦਰਸਾਉਂਦਾ ਹੈ। ਤਾਂ ਇਹ ਸਭ ਪੋਲੀਨੋਮੀਅਲ ਦੀ ਡਿਗਰੀ ਦੇ ਸੈੱਟਾਂ ਦਾ ਸੈੱਟ n ਤੋਂ ਘੱਟ ਜਾਂ ਇਸ ਦੇ ਇਕੁਅਲ ਹੈ ਅਤੇ ਇਹ ਪੋਲੀਨੋਮੀਅਲ ਕਿਵੇਂ ਦਿਖਾਈ ਦਿੰਦੇ ਹਨ ਕਿ ਉਹ ਇੱਕ 0 ਪਲੱਸ 1 ਇਹ ਇੱਕ t ਪਲੱਸ ਇਹ 2t ਪਲੱਸ ਆਦਿ ਕਿਸਮ ਦੇ ਹਨ ਅਤੇ ਇਸ ਤਰ੍ਹਾਂ st ਪਾਵਰ s ਅਤੇ ਇਹ s n ਤੋਂ ਘੱਟ ਜਾਂ ਇਕੁਅਲ ਹੈ। ਕਿਉਂਕਿ ਅਸੀਂ ਅਜਿਹੇ ਸਾਰੇ ਪੋਲੀਨੋਮੀਅਲ ਦੇ ਸੈੱਟ ਬਾਰੇ ਗੱਲ ਕਰ ਰਹੇ ਹਾਂ ਤਾਂ ਇੱਥੇ ਇਸ n ਤੇ ਨਿਰਭਰ ਕਰਦੇ ਹੋਏ ਇਹ ਕੋਨਸਟੈਂਟ ਵੀ ਇਸ ਨਾਲ ਸੰਬੰਧਿਤ ਹਨ ਇਹ ਲੀਨੀਅਰ ਪੋਲੀਨੋਮੀਅਲ ਕੁਆਡਰੈਟਿਕ ਨਾਲ ਸੰਬੰਧਿਤ ਹੈ ਆਦਿ। ਤਾਂ ਇਹ ਦਿੱਤੇ ਗਏ n ਲਈ ਸਾਰੇ ਪੋਲੀਨੋਮੀਅਲ ਦੀ ਡਿਗਰੀ ਦਾ ਇੱਕ ਸੈੱਟ ਹੈ ਜੋ n ਨਾਲੋਂ ਘੱਟ ਜਾਂ ਇਕੁਅਲ ਹੈ ਅਤੇ ਇਹ ਸਾਰੇ ਇੱਥੇ ਸਿਰਫ ਰੀਅਲ ਨੰਬਰ ਹਨ। ਇਸ ਲਈ ਇਸ ਕੇਸ ਵਿੱਚ ਜਦੋਂ ਸਾਡੇ ਕੋਲ ਹੁਣ ਪੋਲੀਨੋਮੀਅਲ ਹਨ ਤਾਂ ਸਾਡੇ ਵੈਕਟਰ ਇਹ ਪੋਲੀਨੋਮੀਅਲ ਹਨ ਅਤੇ ਹੁਣ ਜੇ ਅਸੀਂ ਇੱਥੇ ਕਲੋਜ਼ਰ ਪ੍ਰਾਪਰਟੀਜ਼ ਨੂੰ ਵੇਖਦੇ ਹਾਂ ਤਾਂ ਕਲੋਜ਼ਰ ਪ੍ਰਾਪਰਟੀਜ਼ ਸੰਤੁਸ਼ਟ ਹੁੰਦੀਆਂ ਹਨ ਕਿਉਂਕਿ ਜੇ ਅਸੀਂ ਇਸ ਸੈੱਟ ਵਿੱਚੋਂ ਕੋਈ ਦੋ ਐਲੀਮੈਂਟ ਲੈਂਦੇ ਹਾਂ ਤਾਂ ਉਦਾਹਰਨ ਲਈ ਅਸੀਂ ਇੱਥੇ ਇੱਕ ਐਲੀਮੈਂਟ ਦੀ ਤਰ੍ਹਾਂ ਲਿਆ ਹੈ ਜਿਸ ਨੂੰ ਮੈਂ p1t ਕਹਿ ਰਿਹਾ ਹਾਂ ਅਤੇ ਜਿਸ ਨੂੰ ਅਸੀਂ ਇੱਥੇ a ਦੇ ਨਾਲ ਦੁਬਾਰਾ ਡਿਨੋਟ ਕਰ ਸਕਦੇ ਹਾਂ ਤਾਂ ਇਹ ਇੱਕ ਐਲੀਮੈਂਟ ਹੈ ਇਸ ਲਈ ਮੈਨੂੰ ਇਹ n ਲੈਣ ਦਿਓ ਤਾਂ t ਪਾਵਰ n ਇੱਥੇ ਇਹ ਇਸ ਸੈੱਟ ਦਾ ਇੱਕ ਐਲੀਮੈਂਟ ਹੈ ਜੋ ਕਿ ਇੱਕ ਪੋਲੀਨੋਮੀਅਲ ਸਪੇਸ ਹੈ ਜਿਸ ਬਾਰੇ ਅਸੀਂ ਗੱਲ ਕਰ ਰਹੇ ਹਾਂ। ਹੁਣ ਮੈਨੂੰ ਇੱਕ ਹੋਰ ਲੈਣ ਦਿਓ ਜਿਸ ਨੂੰ ਮੈਂ ਇਸ b0 ਦੁਆਰਾ ਡਿਨੋਟ ਕਰ ਸਕਦਾ ਹਾਂ ਤਾਂ b1t ਅਤੇ ਇੱਥੇ ਡਿਗਰੀ n ਹੋ ਸਕਦੀ ਹੈ ਜਾਂ ਇਹ n ਤੋਂ ਘੱਟ ਹੋ ਸਕਦੀ ਹੈ ਇਸ ਲਈ b ਅਤੇ tn ਇਸ ਲਈ ਇਹ ਇੱਕੋ ਸੈੱਟ ਦੇ ਦੋ ਐਲੀਮੈਂਟ ਹਨ ਅਤੇ ਜਦੋਂ ਅਸੀਂ ਇਸ ਦੋ p1t ਅਤੇ ਇਸ p2t ਨੂੰ ਜੋੜਦੇ ਹਾਂ ਕਿ ਜੋੜ ਇਸ ਸੈੱਟ ਵਿੱਚ ਕਿਵੇਂ ਕੰਮ ਕਰਦਾ ਹੈ ਤਾਂ ਇਸ ਦਾ ਸਾਨੂੰ ਇੱਥੇ ਅਨੁਸਾਰੀ ਕੋਐਫੀਸੀਐਂਟ ਜੋੜਨਾ ਪਏਗਾ ਇਸ ਲਈ ਇਹ 0 ਜੋੜ b0 ਇਹ ਕੋਨਸਟੈਂਟ ਟਰਮਜ਼ ਸਨ ਅਤੇ t ਦੇ ਨਾਲ ਸਾਡੇ ਕੋਲ ਇਹ 1 ਪਲੱਸ ਇਸ p ਸਕੁਏਅਰ ਦੇ ਨਾਲ ਸਾਡੇ ਕੋਲ ਇਹ 2 ਪਲੱਸ b2 ਹੋਣਗੇ ਅਤੇ ਇਸ tn ਦੇ ਨਾਲ ਸਾਡੇ ਕੋਲ n ਪਲੱਸ bn ਹੋਵੇਗਾ ਤਾਂ ਇਸ ਪਲੱਸ ਤੋਂ ਬਾਅਦ ਹੁਣ ਇਹ ਨਵਾਂ ਪੋਲੀਨੋਮੀਅਲ ਹੈ ਪਰ ਕੁਦਰਤੀ ਤੌਰ ਤੇ ਜਦੋਂ ਇਹ 0 ਅਤੇ ਇਹ b0 r ਵਿੱਚ ਹੁੰਦੇ ਹਨ ਤਾਂ ਪਲੱਸ ਵੀ r ਵਿੱਚ ਹੁੰਦਾ ਹੈ ਇਸੇ ਤਰ੍ਹਾਂ ਇਹ ਇੱਕ b1 r ਵਿੱਚ ਹੋਵੇਗਾ ਅਤੇ ਇਹ n ਪਲੱਸ bn ਵੀ r ਵਿੱਚ ਹੋਵੇਗਾ ਤਾਂ ਇੱਥੇ ਇਹ ਇੱਕ ਨਵਾਂ ਪੋਲੀਨੋਮੀਅਲ ਹੈ ਜੋ ਇਸ ਸੈੱਟ PNT ਨਾਲ ਸੰਬੰਧਿਤ ਹੈ। ਇਹ ਕਿਵੇਂ ਹੈ? ਮੇਰਾ ਮਤਲਬ ਹੈ ਕਿ ਹੁਣ ਕੋਈ ਵੀ ਇਸ ਕਲੋਜ਼ਰ ਪ੍ਰਾਪਰਟੀ ਨੂੰ ਇੱਥੇ ਜੋੜ ਦੇ ਸੰਬੰਧ ਵਿੱਚ ਵੇਖ ਸਕਦਾ ਹੈ। ਇਸੇ ਤਰ੍ਹਾਂ ਜਦੋਂ ਅਸੀਂ ਇਸ pt ਨੂੰ ਇਸ ਸੈੱਟ Pn ਤੋਂ ਲੈਂਦੇ ਹਾਂ ਅਤੇ ਜੇ ਅਸੀਂ ਇੱਥੇ ਕਿਸੇ ਵੀ ਸਕੇਲਰ ਨਾਲ ਲੈਂਬਡਾ ਵਾਰ ਇਸ pt ਨੂੰ ਮਲਟੀਪਲਾਈ ਕਰਦੇ ਹਾਂ ਤਾਂ ਕੀ ਹੋਵੇਗਾ ਕਿ ਲੈਂਬਡਾ ਨੂੰ ਇਸ ਨਾਲ ਗੁਣਾ ਕੀਤਾ ਜਾਏਗਾ ਇਹ 0 ਲੈਂਬਡਾ ਨੂੰ ਇਹ 1 ਨਾਲ ਮਲਟੀਪਲਾਈ ਕੀਤਾ ਜਾਵੇਗਾ ਅਤੇ ਲੈਂਬਡਾ ਨੂੰ ਇੱਥੇ ਇਸ as ਨਾਲ ਮਲਟੀਪਲਾਈ ਕੀਤਾ ਜਾਏਗਾ ਅਤੇ ਇਹ ਨਵਾਂ ਪੋਲੀਨੋਮੀਅਲ ਫਿਰ ਇਸ PNT ਦਾ ਐਲੀਮੈਂਟ ਹੋਵੇਗਾ। ਤਾਂ ਫਿਰ ਤੋਂ ਸਾਡੇ ਕੋਲ ਇਸ ਸਕੇਲਰ ਮਲਟੀਪਲੀਕੇਸ਼ਨ ਦੇ ਸੰਬੰਧ ਵਿੱਚ ਕਲੋਜ਼ਰ ਪ੍ਰਾਪਰਟੀ ਹੈ ਸਾਡੇ ਕੋਲ ਜੋੜ ਦੇ ਸੰਬੰਧ ਵਿੱਚ ਕਲੋਜ਼ਰ ਪ੍ਰਾਪਰਟੀ ਹੈ ਅਤੇ ਇਸ ਜੋੜ ਨੂੰ ਇਸ ਤਰੀਕੇ ਨਾਲ ਪਰਿਭਾਸ਼ਿਤ ਕੀਤਾ ਗਿਆ ਹੈ ਜਿਸ ਦੀ ਅਸੀਂ ਵਿਆਖਿਆ ਕੀਤੀ ਹੈ ਸੈੱਟ ਲਈ ਮਲਟੀਪਲੀਕੇਸ਼ਨ ਇਸ ਤਰੀਕੇ ਨਾਲ ਪਰਿਭਾਸ਼ਿਤ ਕੀਤਾ ਗਿਆ ਹੈ ਤਾਂ ਇਹ ਪੋਲੀਨੋਮੀਅਲ ਸਪੇਸ PNT ਓਵਰ R ਇੱਕ ਵੈਕਟਰ ਸਪੇਸ ਹੈ ਜਿਸ ਨੂੰ ਅਸੀਂ ਇਸ ਉਦਾਹਰਨ ਵਿੱਚ ਵੇਖ ਚੁੱਕੇ ਹਾਂ। ਅਗਲਾ ਜਿੱਥੇ ਅਸੀਂ ਇੱਥੇ ਮੈਟ੍ਰਿਕਸ ਸਪੇਸ ਬਾਰੇ ਗੱਲ ਕਰ ਰਹੇ ਹਾਂ ਇਹ ਆਰਡਰ m ਕਰੋਸ n ਦੇ ਸਾਰੇ ਮੈਟ੍ਰਿਸਿਸ ਦਾ ਸੈੱਟ ਹੈ ਜਿਸ ਬਾਰੇ ਅਸੀਂ ਗੱਲ ਕਰ ਰਹੇ ਹਾਂ ਤਾਂ ਇਸ ਮਾਮਲੇ ਵਿੱਚ ਇਹ ਇੱਕ ਮੈਟ੍ਰਿਕਸ ਸਪੇਸ ਦੁਬਾਰਾ ਇਹ ਇੱਕ ਵੈਕਟਰ ਸਪੇਸ ਹੈ ਕਿਉਂਕਿ ਜੇ ਅਸੀਂ m ਅਤੇ n ਆਰਡਰ ਦੇ ਦੋ ਮੈਟ੍ਰਿਕਸ ਲੈਂਦੇ ਹਾਂ ਤਾਂ ਆਓ ਇਸ ਨੂੰ 2x3 ਮੈਟ੍ਰਿਸਿਸ ਕੰਸੀਡਰ ਕਰੀਏ ਉਦਾਹਰਨ ਲਈ ਸਿਰਫ ਸਰਲਤਾ ਲਈ ਤਾਂ 2x3 ਮੈਟ੍ਰਿਸਿਸ ਲਈ ਇਸ ਲਈ ਅਸੀਂ A B C ਅਤੇ ਫਿਰ D ਅਤੇ F ਵਰਗੇ ਇਹ ਉਹੀ ਐਲੀਮੈਂਟ ਹੈ ਜੋ ਅਸੀਂ ਇਸ ਸੈੱਟ ਤੋਂ ਲਿਆ ਹੈ। ਅਸੀਂ ਇਸ ਸੈੱਟ ਦਾ ਇੱਕ ਹੋਰ ਐਲੀਮੈਂਟ ਲਿਆ ਹੈ ਜਿਸ ਨੂੰ ਅਸੀਂ ਇਹ 2b 2c 2 ਅਤੇ 1 3d 3d 2 ਅਤੇ e 2 ਅਤੇ f 2 ਦੁਆਰਾ ਦਰਸਾ ਰਹੇ ਹਾਂ। ਇਹ ਦੋ ਐਲੀਮੈਂਟ ਹਨ ਉਦਾਹਰਨ ਲਈ ਇਸ ਸੈੱਟ ਤੋਂ ਇੱਥੇ m 2x3 ਜਾਂ 2x3 ਆਰਡਰ ਦੇ ਮੈਟ੍ਰਿਸਿਸ ਹਨ
ਤਾਂ ਜਦੋਂ ਅਸੀਂ ਇਹਨਾਂ ਦੋਵਾਂ ਮੈਟ੍ਰਿਕਸ A ਅਤੇ B ਨੂੰ ਜੋੜਦੇ ਹਾਂ ਅਤੇ ਅਸੀਂ ਕੋਈ ਵੀ ਦੋ ਮੈਟ੍ਰਿਸਿਜ਼ ਲੈ ਸਕਦੇ ਹਾਂ ਤਾਂ ਨਤੀਜਾ ਫਿਰ 2 ਬਾਏ 3 ਆਰਡਰ ਦਾ A ਮੈਟ੍ਰਿਕਸ ਹੋਵੇਗਾ ਅਤੇ ਅਸੀਂ ਇੱਥੇ ਇਹਨਾਂ ਕੰਪੋਨੈਂਟਾਂ ਨੂੰ A1 ਪਲੱਸ B2 ਜੋੜਾਂਗੇ A B 1 ਤੋਂ ਇਲਾਵਾ 2 B1 ਪਲੱਸ B2 ਆਦਿ ਜੋੜਾਂਗੇ ਤਾਂ ਇਹ ਫਿਰ 2 ਬਾਏ 3 ਦੇ ਆਰਡਰ ਦਾ ਮੈਟ੍ਰਿਕਸ ਹੋਵੇਗਾ ਅਤੇ ਇਹ ਵੀ ਇਹਨਾਂ ਰੀਅਲ ਨੰਬਰਾਂ ਦੇ ਇਸ ਸੈੱਟ R ਉੱਪਰ ਹੁੰਦਾ ਹੈ ਜਿਸ ਬਾਰੇ ਅਸੀਂ ਗੱਲ ਕਰ ਰਹੇ ਹਾਂ। ਤਾਂ ਇੱਥੇ ਇਹ ਸਾਰੇ ਰੀਅਲ ਨੰਬਰ ਹਨ ਅਤੇ ਜਦੋਂ ਅਸੀਂ ਇਹਨਾਂ ਨੂੰ ਜੋੜਦੇ ਹਾਂ ਤਾਂ ਇਹ ਵੀ ਰੀਅਲ ਨੰਬਰ ਹੀ ਹੋਣਗੇ ਅਤੇ ਇਹ ਨਵਾਂ ਮੈਟ੍ਰਿਕਸ ਵੀ ਇਸ ਸੈੱਟ M2 ਬਾਏ 3 ਨਾਲ ਸੰਬੰਧਿਤ ਹੋਵੇਗਾ। ਅਤੇ ਸਕੇਲਰ ਮਲਟੀਪਲੀਕੇਸ਼ਨ ਵੀ ਇਸ ਲਈ ਜਦੋਂ ਅਸੀਂ ਇਸ ਸੈੱਟ ਦੇ ਕਿਸੇ ਵੀ ਮੈਂਬਰ ਨੂੰ ਇੱਥੇ ਲੈਂਬਡਾ ਨਾਲ ਮਲਟੀਪਲਾਈ ਕਰਦੇ ਹਾਂ ਤਾਂ ਨਵਾਂ ਮੈਟ੍ਰਿਕਸ ਸਿਰਫ ਲੈਂਬਡਾ ਨਾਲ ਮਲਟੀਪਲਾਈ ਕੀਤਾ ਜਾਏਗਾ, ਹਰੇਕ ਕੰਪੋਨੈਂਟ ਨੂੰ ਲੈਂਬਡਾ ਨਾਲ ਮਲਟੀਪਲਾਈ ਕੀਤਾ ਜਾਵੇਗਾ ਅਤੇ ਫਿਰ ਤੋਂ ਇਹ ਨਵਾਂ ਮੈਟ੍ਰਿਕਸ ਵੀ ਇਸ ਸੈੱਟ M ਤੋਂ 3 ਦਾ ਇੱਕ ਮੈਂਬਰ ਹੋਵੇਗਾ। ਤਾਂ ਇੱਥੇ ਜੋ ਅਸੀਂ ਵੇਖਿਆ ਹੈ ਕਿ ਇਹ M ਕਰਾਸ N ਆਰਡਰ ਦਾ ਮੈਟ੍ਰਿਕਸ ਸਪੇਸ ਇੱਕ ਵੈਕਟਰ ਸਪੇਸ ਵੀ ਹੈ। ਤਾਂ ਇੱਕ ਹੋਰ ਉਦਾਹਰਣ ਜੋ ਕਿ ਸਿਸਟਮ ਆਫ ਲੀਨੀਅਰ ਇਕੁਏਸ਼ਨਸ ਦੀ ਇੱਕ ਬਹੁਤ ਮਹੱਤਵਪੂਰਨ ਉਦਾਹਰਣ ਹੈ ਤਾਂ ਇਸ ਦਾ ਸੋਲਿਊਸ਼ਨ x ਇੱਕ ਸਿਫਰ ਦੇ ਇਕੁਅਲ ਹੈ। ਇਹ ਇੱਕ ਵੈਕਟਰ ਸਪੇਸ ਬਣਾਉਂਦਾ ਹੈ ਅਤੇ ਦੇਖਦੇ ਹਾਂ ਕਿ ਇਹ ਇੱਕ ਵੈਕਟਰ ਸਪੇਸ ਕਿਵੇਂ ਬਣਾਉਂਦਾ ਹੈ। ਤਾਂ ਅਸੀਂ ਇੱਥੇ ਇਸ ਸੈੱਟ V ਨੂੰ ਲੈਂਦੇ ਹਾਂ ਅਤੇ ਇੱਥੇ x ਇਸ Rn ਨਾਲ ਸੰਬੰਧਿਤ ਹੈ ਅਤੇ ਇਹ ਇਸ ਨੂੰ ਸੰਤੁਸ਼ਟ ਕਰਦਾ ਹੈ ਕਿ ਇਹ x ਸਿਫਰ ਦੇ ਇਕੁਅਲ ਹੈ। ਅਸੀਂ ਇਸ ਸੈੱਟ ਬਾਰੇ ਅੱਜ ਦੇ ਲੈਕਚਰ ਦੀ ਸ਼ੁਰੂਆਤ ਵਿੱਚ ਹੀ ਚਰਚਾ ਕੀਤੀ ਹੈ। ਇੱਥੇ ਸਿਰਫ ਇੱਕ ਵਿਸ਼ੇਸ਼ ਸੈੱਟ ਹੈ, ਇਸ ਲਈ ਇਸ ਨੂੰ ਨਲ ਸਪੇਸ ਕਿਹਾ ਜਾਂਦਾ ਹੈ ਅਤੇ ਇਸ ਬਾਰੇ ਪਹਿਲਾਂ ਚਰਚਾ ਕੀਤੀ ਜਾ ਚੁੱਕੀ ਹੈ ਕਿਉਂਕਿ ਇੱਥੇ ਉਹ ਕਲੋਜ਼ਰ ਪ੍ਰਾਪਰਟੀਜ਼ ਸੰਤੁਸ਼ਟ ਹਨ ਅਤੇ ਐਲੀਮੈਂਟ Rn ਤੋਂ ਇੱਕ ਵੈਕਟਰ ਸਪੇਸ ਹੈ ਜੋ ਅਸੀਂ ਪਹਿਲਾਂ ਹੀ ਵੇਖ ਚੁੱਕੇ ਹਾਂ। ਤਾਂ ਇਸ ਵੀ ਦੇ ਇਹ ਐਲੀਮੈਂਟ Rn ਨਾਲ ਸੰਬੰਧਿਤ ਹਨ ਅਤੇ Rn ਇੱਕ ਵੈਕਟਰ ਸਪੇਸ ਹੈ, ਇਸ ਲਈ ਕੁਦਰਤੀ ਤੌਰ ਤੇ ਉਹ ਸਾਰੀਆਂ ਪ੍ਰਾਪਰਟੀਜ਼ ਜਿਨ੍ਹਾਂ ਬਾਰੇ ਅਸੀਂ ਚਰਚਾ ਕੀਤੀ ਉਹ ਇਸ ਡਿਸਟਰੀਬਿਊਟਿਵਿਟੀ ਕਮਿਊਟਿਵਿਟੀ ਬਾਰੇ ਆਪਣੇ ਆਪ ਸੰਤੁਸ਼ਟ ਹੋ ਜਾਂਦੀਆਂ ਹਨ। ਇਹ ਸਾਰੇ ਇੱਥੇ ਵੈਧ ਹਨ ਕਿਉਂਕਿ ਇਹ ਐਲੀਮੈਂਟ ਅਸਲ ਵਿੱਚ Rn ਨਾਲ ਸੰਬੰਧਿਤ ਹਨ ਅਤੇ Rn ਇੱਕ ਵੈਕਟਰ ਸਪੇਸ ਹੈ। ਅਤੇ ਜੇ ਕਲੋਜ਼ਰ ਪ੍ਰਾਪਰਟੀ ਬਾਰੇ ਗੱਲ ਕਰੀਏ ਤਾਂ ਜਦੋਂ ਵੀ ਅਸੀਂ ਇੱਥੇ ਦੋ ਐਲੀਮੈਂਟ x1 ਅਤੇ x2 ਨੂੰ ਇਸ ਸੈੱਟ V ਤੋਂ ਲਿਆ ਹੈ ਤਾਂ ਕੁਦਰਤੀ ਤੌਰ ਤੇ ਇਹ ਪਲੱਸ x1 ਪਲੱਸ x2 ਹੈ ਜੋ ਇੱਥੇ ਇਸ ਸੋਲਿਊਸ਼ਨ ਦੀ ਇਹ ਪ੍ਰਾਪਰਟੀ ਹੈ ਕਿ ਇਹ x1 x2 ਵੀ ਸੋਲਿਊਸ਼ਨ ਹੋਵੇਗਾ ਕਿਉਂਕਿ ਇੱਕ ਮਲਟੀਪਲਾਈ ਬਾਏ x1 ਪਲੱਸ x2 ਸਿਫਰ ਹੋਵੇਗਾ ਅਤੇ ਇਹ ਟਾਈਮਸ ਲੈਂਬਡਾ x1 ਜਾਂ ਲੈਂਬਡਾ x2 ਤੋਂ ਵੀ ਇੱਕ ਵਾਰ ਕਿਸੇ ਵੀ ਐਲੀਮੈਂਟ ਦੇ ਨਾਲ ਤੁਸੀਂ ਮਲਟੀਪਲਾਈ ਬਾਏ ਲੈਂਬਡਾ ਕਰ ਸਕਦੇ ਹੋ ਉਹ ਵੀ ਸਿਫਰ ਹੋਵੇਗਾ। ਤਾਂ ਇਹ ਇਸ ਹੋਮੋਜੀਨੀਅਸ ਸਿਸਟਮ ਲਈ ਖਾਸ ਹੈ ਜਦੋਂ ਸਾਡੇ ਕੋਲ ਰਾਈਟ ਹੈਂਡ ਸਾਈਡ ਸਿਫਰ ਹੁੰਦੀ ਹੈ। ਜੇ ਸਾਡੇ ਕੋਲ ਇਹ ਰਾਈਟ ਹੈਂਡ ਸਾਈਡ ਸਿਫਰ ਨਹੀਂ ਹੁੰਦੀ, ਜੇ ਇਹ ਨਾਨ ਹੋਮੋਜੀਨੀਅਸ ਸਿਸਟਮ ਹੈ ਤਾਂ ਸਾਡੇ ਕੋਲ ਇਹ ਪ੍ਰਾਪਰਟੀ ਨਹੀਂ ਹੈ। ਉਦਾਹਰਣ ਵਜੋਂ ਇਹ ਦੋ ਪ੍ਰਾਪਰਟੀਜ਼ ਨਾਨ ਹੋਮੋਜੀਨੀਅਸ ਸਿਸਟਮ ਆਫ ਇਕੁਏਸ਼ਨਸ ਦੇ ਲਈ ਯੋਗ ਸੋਲਿਊਸ਼ਨ ਹਨ। ਤਾਂ ਹੋਮੋਜੀਨੀਅਸ ਸਿਸਟਮ ਆਫ ਇਕੁਏਸ਼ਨਸ ਲਈ ਸੋਲਿਊਸ਼ਨ ਸੈੱਟ ਇੱਕ ਵੈਕਟਰ ਸਪੇਸ ਹੈ ਅਤੇ ਇਸ ਵੈਕਟਰ ਸਪੇਸ ਦਾ ਇੱਕ ਵਿਸ਼ੇਸ਼ ਨਾਮ ਹੈ ਜਿਸ ਨੂੰ ਅਸੀਂ ਨਲ ਸਪੇਸ ਕਹਿੰਦੇ ਹਾਂ ਜਿੱਥੇ ਇਹ ਸਪੇਸ ਚਿੱਤਰ ਵਿੱਚ ਆਉਂਦੀ ਹੈ। ਇਸ ਲਈ ਇਸ ਨੂੰ ਮੈਟ੍ਰਿਕਸ A ਦੀ ਨਲ ਸਪੇਸ ਕਿਹਾ ਜਾਂਦਾ ਹੈ। ਨੋਟ ਕਰੋ ਕਿ ਇਹ ਵੀ ਇਹ ਸੈੱਟ ਵੀ ਇਸ Rn ਦਾ ਇੱਕ ਸਬਸੈੱਟ ਹੈ ਅਤੇ ਇੱਕ ਵੈਕਟਰ ਸਪੇਸ ਬਣਾਉਂਦਾ ਹੈ ਅਤੇ ਇਸ ਲਈ ਇਸ ਨੂੰ ਵੈਕਟਰ ਸਬ ਸਪੇਸ ਵੀ ਕਿਹਾ ਜਾਂਦਾ ਹੈ। ਤਾਂ ਅਸੀਂ ਜਲਦੀ ਹੀ ਇਸ ਬਾਰੇ ਗੱਲ ਕਰਾਂਗੇ ਕਿ ਇਹ ਵੈਕਟਰ ਸਬਸਪੇਸ ਕੀ ਹੁੰਦੀਆਂ ਹਨ। ਤਾਂ ਇਹ ਉਦਾਹਰਣ ਵਜੋਂ ਵੈਕਟਰ ਸਬ ਸਪੇਸ ਹੈ ਕਿਉਂਕਿ ਇਹ ਇੱਕ ਵੈਕਟਰ ਸਪੇਸ ਹੈ ਅਤੇ ਇਹ ਕਿਸੇ ਹੋਰ ਵੈਕਟਰ ਸਪੇਸ Rn ਦਾ ਇੱਕ ਸਬਸੈਟ ਹੈ ਅਤੇ ਇਸ ਲਈ ਅਸੀਂ ਇਸ ਨੂੰ ਵੈਕਟਰ ਸਬ ਸਪੇਸ ਕਹਿੰਦੇ ਹਾਂ। ਤਾਂ ਦੁਬਾਰਾ ਤੋਂ ਗੱਲ ਕਰੀਏ ਇੱਥੇ ਸਬ ਸਪੇਸ ਕੀ ਹਨ। V ਨੂੰ ਇੱਕ ਵੈਕਟਰ ਸਪੇਸ ਮੰਨ ਲਓ ਅਤੇ W ਨੂੰ V ਦਾ ਇੱਕ ਸਬ ਸਪੇਸ ਮੰਨ ਲਓ ਤਾਂ V ਇੱਕ ਵੈਕਟਰ ਸਪੇਸ ਹੈ ਅਤੇ W ਦਾ ਇੱਕ ਹੋਰ ਸਬਸੈਟ ਹੈ ਅਤੇ ਜੇ ਵੀ W ਉਸ ਕੇਸ ਵਿੱਚ ਇੱਕ ਵੈਕਟਰ ਸਪੇਸ ਵੀ ਹੈ ਤਾਂ ਅਸੀਂ ਇਸ ਨੂੰ W ਨੂੰ ਇੱਕ ਸਬ ਸਪੇਸ ਕਹਿੰਦੇ ਹਾਂ ਜੇ ਇਹ W ਖੁਦ ਵੈਕਟਰ ਸਪੇਸ V ਵਿੱਚ ਕੀਤੇ ਗਏ ਉਹੀ ਆਪਰੇਸ਼ਨਾਂ ਦੇ ਸੰਬੰਧ ਵਿੱਚ ਇਸ ਰੀਅਲ ਨੰਬਰਾਂ ਦੇ ਉਸੇ ਸੈੱਟ ਦੇ ਉੱਪਰ ਇੱਕ ਵੈਕਟਰ ਸਪੇਸ ਹੈ ਤਾਂ ਇਹ W ਨੂੰ ਵੈਕਟਰ ਸਬ ਸਪੇਸ ਕਿਹਾ ਜਾਂਦਾ ਹੈ। ਸਬ ਸਪੇਸ ਦੀ ਪਛਾਣ ਕਰਨ ਦੇ ਮਾਪਦੰਡ ਹੁਣ ਬਹੁਤ ਆਸਾਨ ਹਨ ਅਤੇ ਸਾਨੂੰ ਉਹਨਾਂ ਸਾਰੀਆਂ ਪ੍ਰਾਪਰਟੀਜ਼ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਜਿਨ੍ਹਾਂ ਬਾਰੇ ਅਸੀਂ
ਵੈਕਟਰ ਸਪੇਸ ਨੂੰ ਪਰਿਭਾਸ਼ਿਤ ਕਰਨ ਲਈ ਚਰਚਾ ਕੀਤੀ ਹੈ। ਅਤੇ ਇੱਥੇ ਅਸੀਂ ਸਿਰਫ ਕਲੋਜ਼ਰ ਪ੍ਰਾਪਰਟੀਜ਼ ਬਾਰੇ ਗੱਲ ਕਰਾਂਗੇ ਕਿਉਂਕਿ ਉਹ ਮਹੱਤਵਪੂਰਨ ਹਨ ਅਤੇ ਹੁਣ ਬਾਕੀ ਸਾਰੇ ਮਾਮੂਲੀ ਤੌਰ ਤੇ ਸੰਤੁਸ਼ਟ ਹੋਣਗੇ। ਤਾਂ ਮੂਲ ਰੂਪ ਵਿੱਚ ਜਦੋਂ ਅਸੀਂ ਜਾਂਚ ਕਰਦੇ ਹਾਂ ਕਿ ਦਿੱਤਾ ਗਿਆ ਸਬਸੈਟ ਇੱਕ ਵੈਕਟਰ ਸਪੇਸ ਹੈ ਜਾਂ ਨਹੀਂ ਜਿਸ ਨੂੰ ਅਸੀਂ ਜਾਂਚਣਾ ਹੈ ਤਾਂ ਸਾਨੂੰ ਇਹਨਾਂ ਕਲੋਜ਼ਰ ਪ੍ਰਾਪਰਟੀਜ਼ ਦੀ ਜਾਂਚ ਕਰਨੀ ਪਏਗੀ। ਅਸੀਂ ਕੋਈ ਦੋ ਐਲੀਮੈਂਟ ਲੈਂਦੇ ਹਾਂ, ਇਹਨਾਂ ਦੋਵਾਂ ਦੇ ਜੋੜ ਦਾ ਜੋੜ ਇਸ ਸਬਸੈਟ ਦੇ ਨਾਲ ਸੰਬੰਧਿਤ ਹੋਣਾ ਚਾਹੀਦਾ ਹੈ ਅਤੇ ਲੈਂਬਡਾ ਯੂ ਵੀ ਇਸ ਸਬਸੈਟ ਨਾਲ ਸੰਬੰਧਿਤ ਹੋਣਾ ਚਾਹੀਦਾ ਹੈ ਅਤੇ ਇਹ ਜਾਂਚ ਕਰਨ ਲਈ ਕਾਫੀ ਹੈ ਕਿ ਦਿੱਤੀ ਗਈ ਵੈਕਟਰ ਸਪੇਸ ਇੱਕ ਸਬ ਸਪੇਸ ਹੈ ਜਾਂ ਨਹੀਂ। ਤਾਂ ਇਹ ਟ੍ਰਿਵੀਅਲ ਸਬਸਪੇਸਸ ਕੀ ਹੁੰਦੀਆਂ ਹਨ? ਤਾਂ ਹੁਣ ਸਬਸਪੇਸਸ ਦੀਆਂ ਉਦਾਹਰਨਾਂ ਇੱਥੇ ਸਿਰਫ ਨਿਰਧਾਰਿਤ ਕਰਦੀਆਂ ਹਨ। ਇਸ ਲਈ ਜੇ ਅਸੀਂ ਕਿਸੇ ਵੈਕਟਰ ਸਪੇਸ ਦਾ ਸਿਰਫ ਸਿਫਰ ਐਲੀਮੈਂਟ ਲੈਂਦੇ ਹਾਂ ਜੋ ਇੱਕ ਕਲੋਜ਼ਰ ਪ੍ਰਾਪਰਟੀਜ਼ ਦੇ ਕਰਕੇ ਵੈਕਟਰ ਸਪੇਸ ਵੀ ਬਣਾਏਗਾ। ਉਦਾਹਰਨ ਲਈ ਜੇ ਤੁਸੀਂ ਐਲੀਮੈਂਟ ਸਿਫਰ ਲੈਂਦੇ ਹੋ ਅਤੇ ਉਸ ਨੂੰ ਸਿਫਰ ਵਿੱਚ ਜੋੜਦੇ ਹੋ ਤਾਂ ਤੁਹਾਨੂੰ ਸਿਫਰ ਮਿਲੇਗਾ ਅਤੇ ਜਦੋਂ ਅਸੀਂ ਕਿਸੇ ਵੀ ਸਕੇਲਰ ਨੂੰ ਮਲਟੀਪਲਾਈ ਬਾਏ ਸਿਫਰ ਕਰਦੇ ਹਾਂ ਐਲੀਮੈਂਟ ਇੱਕ ਸਿਫਰ ਦੇ ਰੂਪ ਵਿੱਚ ਰਹੇਗਾ। ਤਾਂ ਇਹ ਹੈ ਇੱਕ ਵੈਕਟਰ ਸਪੇਸ ਹੈ ਕਿਉਂਕਿ ਇਹ ਸਾਰੀਆਂ ਕਲੋਜ਼ਰ ਪ੍ਰਾਪਰਟੀਜ਼ ਪੂਰੇ ਸੈੱਟ V ਵਿੱਚ ਹੀ ਸੰਤੁਸ਼ਟ ਹਨ, ਜਿਸ ਨੂੰ ਅਸੀਂ ਵੈਕਟਰ ਸਪੇਸ V ਦੇ ਵੈਕਟਰ ਸਬ ਸਪੇਸ ਕਹਿ ਸਕਦੇ ਹਾਂ। ਇੱਥੇ ਇੱਕ ਹੋਰ ਉਦਾਹਰਨ ਲੈਂਦੇ ਹਾਂ ਜਦੋਂ ਅਸੀਂ ਇਹ ਸੈੱਟ U ABC ਲੈਂਦੇ ਹਾਂ ਅਤੇ ਇਹ ਸਾਰੇ ABC ਇਕੁਅਲ ਹੁੰਦੇ ਹਨ। ਤਾਂ ਮੂਲ ਰੂਪ ਵਿੱਚ ਅਸੀਂ ਐਲੀਮੈਂਟ ਲਏ ਹਨ ਜਦੋਂ ਇਹ ਸਾਰੇ ਕੰਪੋਨੈਂਟ ਇਕੁਅਲ ਹੁੰਦੇ ਹਨ ਅਤੇ ਕੁਦਰਤੀ ਤੌਰ ਤੇ ਐਲੀਮੈਂਟ ਇਸ R3 ਦੇ ਨਾਲ ਸੰਬੰਧਿਤ ਹਨ। ਇਹ ਇੱਕ ਵੈਕਟਰ ਸਪੇਸ ਅਤੇ ਇਹ R3 ਸਬ ਸਪੇਸ ਵੀ ਹੈ। ਕਾਰਨ ਦੁਬਾਰਾ ਸਪਸ਼ਟ ਹੈ, ਜੇ ਅਸੀਂ ਇਸ ਸੈੱਟ U ਤੋਂ ਦੋ ਐਲੀਮੈਂਟ ਲੈਂਦੇ ਹਾਂ ਤਾਂ ਇਹ ਇੱਥੇ U ਨਾਲ ਸੰਬੰਧਿਤ ਹੈ ਕਿਉਂਕਿ ਤਿੰਨੋਂ ਇਕੁਅਲ ਹਨ। ਅਤੇ ਜੇ ਅਸੀਂ B ਲੈਂਦੇ ਹਾਂ ਤਾਂ ਇਹ ਵੀ U ਦਾ ਹੀ ਇੱਕ ਐਲੀਮੈਂਟ ਹੈ। ਅਤੇ ਹੁਣ ਸਾਨੂੰ ਬੁਨਿਆਦੀ ਤੌਰ ਤੇ ਇਸ ਕਲੋਜ਼ਰ ਪ੍ਰਾਪਰਟੀਜ਼ ਤੇ ਧਿਆਨ ਕੇਂਦਰਿਤ ਕਰਨ ਦੀ ਜ਼ਰੂਰਤ ਹੈ। ਜੇ ਅਸੀਂ ਦੋਵਾਂ ਨੂੰ ਇੱਥੇ ਜੋੜਦੇ ਹਾਂ ਤਾਂ ਸਾਨੂੰ A ਪਲੱਸ B ਅਤੇ A ਪਲੱਸ B ਅਤੇ A ਪਲੱਸ B ਮਿਲੇਗਾ। ਤਾਂ ਇਹ ਇੱਥੇ ਨਵਾਂ ਐਲੀਮੈਂਟ ਹੈ। ਸਾਰੇ ਕੰਪੋਨੈਂਟ ਫਿਰ ਤੋਂ ਇਕੁਅਲ ਹਨ। ਇਹ ਵੀ ਉਸੇ ਸੈੱਟ U ਨਾਲ ਸੰਬੰਧਿਤ ਹੋਵੇਗਾ ਜਾਂ ਅਸੀਂ ਕਿਸੇ ਵੀ ਐਲੀਮੈਂਟ ਨੂੰ ਮਲਟੀਪਲਾਈ ਬਾਏ ਲੈਂਬਡਾ ਕਰਾਂਗੇ। ਇੱਥੇ ਨਵਾਂ ਐਲੀਮੈਂਟ ਵੀ ਲੈਂਬਡਾ A ਅਤੇ ਲੈਂਬਡਾ A ਹੋਵੇਗਾ। ਤਾਂ ਸਾਰੇ ਤਿੰਨੋਂ ਕੰਪੋਨੈਂਟ ਇਕੁਅਲ ਹਨ ਅਤੇ ਇਹੀ ਕਾਰਨ ਹੈ ਕਿ ਇਹ ਫਿਰ ਇਸ U ਨਾਲ ਸੰਬੰਧਿਤ ਹੋਣਾ ਚਾਹੀਦਾ ਹੈ। ਤਾਂ ਇਹ ਕਲੋਜ਼ਰ ਪ੍ਰਾਪਰਟੀਜ਼ ਇਸ ਸੈੱਟ U ਲਈ ਸੰਤੁਸ਼ਟ ਹਨ ਜੋ ਕਿ R3 ਦੀ ਸਬ ਸਪੇਸ ਹੈ। ਉਦਾਹਰਨ 2 ਤਾਂ ਜੇ ਅਸੀਂ ਇੱਥੇ x1 x2 ਲੈਂਦੇ ਹਾਂ ਅਤੇ x1 ਸਿਫਰ ਤੋਂ ਵੱਡਾ ਹੈ ਜਾਂ ਉਸ ਦੇ ਇਕੁਅਲ ਹੈ, x2 ਸਿਫਰ ਤੋਂ ਵੱਡਾ ਹੈ ਜਾਂ ਉਸ ਦੇ ਇਕੁਅਲ ਹੈ। ਇੱਥੇ ਅਸੀਂ ਇਸ ਪੋਜ਼ਿਟਿਵ ਬਾਰੇ ਗੱਲ ਕਰ ਰਹੇ ਹਾਂ ਤਾਂ ਦੋਵੇਂ ਕੰਪੋਨੈਂਟ ਨਾਨ ਨੈਗੇਟਿਵ ਹਨ। ਇੱਥੇ x1 ਸਿਫਰ ਤੋਂ ਵੱਡਾ ਹੈ, ਇਹ ਵੀ ਸਿਫਰ ਤੋਂ ਵੱਡਾ ਹੈ ਅਤੇ ਪ੍ਰਸ਼ਨ ਇਹ ਹੈ ਕਿ ਕੀ ਇਹ ਵੀ ਇੱਕ ਵੈਕਟਰ ਸਪੇਸ ਬਣਾਉਂਦਾ ਹੈ ਅਤੇ ਜਵਾਬ ਹੈ ਨਹੀਂ, ਕਿਉਂਕਿ ਜੇ ਅਸੀਂ ਇੱਥੇ ਇੱਕ ਐਲੀਮੈਂਟ ਲੈਂਦੇ ਹਾਂ ਅਤੇ ਕਲੋਜ਼ਰ ਪ੍ਰਾਪਰਟੀ ਦੱਸਦੀ ਹੈ ਕਿ ਲੈਂਬਡਾ ਟਾਈਮਸ ਵੀ ਹੋਣਾ ਚਾਹੀਦਾ ਹੈ ਅਤੇ ਜੇ ਅਸੀਂ ਉਦਾਹਰਨ ਵਜੋਂ ਲੈਂਬਡਾ -A ਲੈਂਦੇ ਹਾਂ ਤਾਂ ਵੀ ਨੂੰ ਇਸ ਐਲੀਮੈਂਟ ਵਿੱਚੋਂ ਘਟਾਓ ਇੱਕ ਜਿਸ ਵਿੱਚ ਇਹ ਨਾਨ ਨੈਗੇਟਿਵ ਕੰਪੋਨੈਂਟ ਹਨ। ਪਰ ਜਦੋਂ ਅਸੀਂ ਮਾਈਨਸ ਸਾਈਨ ਨਾਲ ਮਲਟੀਪਲਾਈ ਕਰਦੇ ਹਾਂ ਤਾਂ ਇਹ -x1 -x2 ਹੋ ਜਾਵੇਗਾ ਅਤੇ ਇਹ ਇਸ ਸੈੱਟ V ਨਾਲ ਸੰਬੰਧਿਤ ਨਹੀਂ ਹੋਵੇਗਾ। ਤਾਂ ਇੱਥੇ ਇਹ ਕਲੋਜ਼ਰ ਪ੍ਰਾਪਰਟੀ ਸੰਤੁਸ਼ਟ ਨਹੀਂ ਹੈ। ਜਿਵੇਂ ਮੈਂ ਇੱਥੇ ਫਿਰ ਕਿਹਾ ਹੈ ਕਿ -1 ਜਦੋਂ ਅਸੀਂ ਇੱਥੇ ਕਿਸੇ ਵੀ ਐਲੀਮੈਂਟ ਨਾਲ ਗੁਣਾ ਕਰਦੇ ਹਾਂ ਜੋ ਕਿ V ਨਾਲ ਸੰਬੰਧਿਤ ਨਹੀਂ ਹੋਵੇਗਾ ਕਿਉਂਕਿ V ਕੋਲ ਉਹ ਪ੍ਰਾਪਰਟੀ ਹੈ ਕਿ ਦੋਵੇਂ ਨਾਨ ਨੈਗੇਟਿਵ ਹਨ। ਤਾਂ ਇਹ ਇੱਕ ਉਦਾਹਰਨ ਹੈ ਜਿੱਥੇ ਅਸੀਂ ਵੇਖ ਸਕਦੇ ਹਾਂ ਕਿ ਇਹ ਇੱਕ ਵੈਕਟਰ ਸਪੇਸ ਨਹੀਂ ਬਣਾਉਂਦਾ, ਹਾਲਾਂਕਿ ਇਹ ਇੱਥੇ ਇਸ R² ਦਾ ਇੱਕ ਸਬਸੈਟ ਹੈ ਸਬ ਸਪੇਸ ਲਈ। ਇੱਥੇ ਇੱਕ ਆਖਰੀ ਉਦਾਹਰਨ ਅਸੀਂ ਇਸ ਫਾਰਮ ਦੇ ਵੈਕਟਰਾਂ ਨੂੰ ST4 S3 -T ਅਤੇ 5 S plus T 2T ਇਸ ਕਿਸਮ ਦੇ ਵੈਕਟਰ ਕੰਸੀਡਰ ਕਰਾਂਗੇ ਅਤੇ ਇਹ S ਅਤੇ T ਉਹ ਕੋਈ ਵੀ ਰੀਅਲ ਨੰਬਰ ਲੈ ਸਕਦੇ ਹਨ। ਤਾਂ ਹੁਣ ਸਵਾਲ ਇਹ ਹੈ ਕਿ ਕੀ ਇਹਨਾਂ ਵੈਕਟਰਾਂ ਦਾ ਇਹ ਸੈੱਟ R4 ਹੈ ਤਾਂ R4 ਵਿੱਚ ਇੱਕ ਸਬ ਸਪੇਸ ਬਣਾਉਂਦਾ ਹੈ ਕਿਉਂਕਿ ਇੱਥੇ ਇਸ ਵੈਕਟਰ ਦੇ 4 ਕੰਪੋਨੈਂਟ ਹਨ ਤਾਂ ਜੋ ਉਹ R4 ਨਾਲ ਸੰਬੰਧਿਤ ਹਨ। ਹੁਣ ਸਵਾਲ ਇਹ ਹੈ ਕਿ ਕੀ ਇਹ R4 ਦੀ ਸਬ ਸਪੇਸ ਹੈ ਜਾਂ ਨਹੀਂ। ਤਾਂ ਇੱਥੇ ਹੁਣ ਚਰਚਾ ਕੀਤੀ ਗਈ ਸੀ ਕਿ ਇਸ ਤਰੀਕੇ ਨਾਲ ਕੰਸੀਡਰ ਕਰਨਾ ਆਸਾਨ ਹੈ। ਤਾਂ ਸਾਡਾ ਵੈਕਟਰ S ਜੋ 4T 3S -T 5S plus T ਅਤੇ 2T ਸੀ ਜੋ ਅਸੀਂ ਇਸ ਫਾਰਮੈਟ ਵਿੱਚ ਇੱਥੇ ਲਿਖੇ ਹਨ। ਇੱਥੇ 1 3 ਅਤੇ 5 ਪਿਛਲੇ ਵਿੱਚ ਸਿਫਰ ਹਨ ਅਖੀਰਲਾ ਕੰਪੋਨੈਂਟ ਅਤੇ T ਇਸ ਦੇ 4 ਇੱਥੇ 1 1 ਅਤੇ 2 ਹਨ।
ਤਾਂ ਇਸ ਵਿਸ਼ੇਸ਼ ਰੂਪ ਵਿੱਚ ਅਸੀਂ ਲਿਖਿਆ ਹੈ ਅਤੇ ਹੁਣ ਕੋਈ ਵੀ ਕਲੋਜ਼ਰ ਪ੍ਰਾਪਰਟੀਜ਼ ਨੂੰ ਆਸਾਨੀ ਨਾਲ ਜਾਂਚ ਸਕਦਾ ਹੈ। ਤਾਂ ਜੇ ਅਸੀਂ ਇੱਥੇ ਇਸ ਸੈੱਟ ਦੇ ਕੋਈ ਦੋ ਐਲੀਮੈਂਟ ਲੈਂਦੇ ਹਾਂ ਤਾਂ ਇਸ ਦਾ ਅਰਥ ਹੈ ਕਿ ਦੋ ਐਲੀਮੈਂਟਾਂ ਵਿੱਚ ਇਹ ਸੰਖਿਆ ਬਦਲ ਜਾਵੇਗੀ। ਤਾਂ ਉਦਾਹਰਨ ਲਈ ਅਸੀਂ ਜੋ ਇੱਕ ਲਿਆ ਹੈ, ਉਹ ਹੈ ਇੱਕ ਐਲੀਮੈਂਟ 1350 ਅਤੇ ਮੇਰਾ ਮਤਲਬ ਇੱਥੇ ਕੁਝ ਹੋਰ t ਨਾਲ ਹੈ, ਇਸ ਲਈ ਇਹ ਇਸ ਸੈੱਟ ਦਾ ਇੱਕ ਐਲੀਮੈਂਟ ਹੈ। ਕਿਉਂਕਿ ਸੈੱਟ ਵਿੱਚ ਇਸ ਕਿਸਮ ਦੇ ਐਲੀਮੈਂਟ ਹਨ। ਇੱਕ ਹੋਰ ਜੋ ਅਸੀਂ ਕਿਸੇ ਹੋਰ ਨੰਬਰ 1 ਦੇ ਨਾਲ ਲੈ ਸਕਦੇ ਹਾਂ, 350 s2 ਨਾਲ ਅਤੇ ਇਹ t2 ਇੱਥੇ ਇਹ 4-1 1 2 ਤਾਂ ਇਹ ਸੈੱਟ ਦਾ ਇੱਕ ਹੋਰ ਐਲੀਮੈਂਟ ਹੈ। ਅਤੇ ਜਦੋਂ ਅਸੀਂ ਇਹਨਾਂ ਦੋ ਐਲੀਮੈਂਟਾਂ ਨੂੰ ਜੋੜਦੇ ਹਾਂ, ਜਦੋਂ ਅਸੀਂ ਇਹਨਾਂ ਦੋ ਐਲੀਮੈਂਟਾਂ ਨੂੰ ਜੋੜਦੇ ਹਾਂ, ਤਾਂ ਇੱਥੇ ਕੀ ਜੋੜਿਆ ਜਾਏਗਾ? s1 plus s2, ਇਸ ਲਈ ਇਹ ਫਿਰ ਇੱਕ ਹੋਰ ਰੀਅਲ ਨੰਬਰ ਹੋਵੇਗਾ। ਇਹ ਇਸ ਵਿੱਚ t1 plus t2 ਦੇ ਰੂਪ ਵਿੱਚ ਜੋੜਿਆ ਜਾਵੇਗਾ। ਇਸ ਲਈ ਇਹ ਨਵਾਂ ਵੈਕਟਰ ਵੀ ਇਸ ਸੈੱਟ ਦਾ ਇੱਕ ਵੈਕਟਰ ਹੋਵੇਗਾ ਜਿਸ ਬਾਰੇ ਅਸੀਂ ਗੱਲ ਕਰ ਰਹੇ ਹਾਂ। ਅਤੇ ਇਸ ਸੈੱਟ ਦੇ ਕਿਸੇ ਵੀ ਮੈਂਬਰ ਨੂੰ ਜੇ ਅਸੀਂ ਮਲਟੀਪਲਾਈ ਬਾਏ ਲੈਂਬਡਾ ਕਰਦੇ ਹਾਂ ਤਾਂ ਇਹ ਅਸੀਂ ਲੈਂਬਡਾ ਨੂੰ ਲੈਂਬਡਾ t ਦੇਵਾਂਗੇ ਅਤੇ ਫਿਰ ਤੋਂ ਯਾਦ ਕਰਵਾ ਦਈਏ ਕਿ ਇਹ ਰੀਅਲ ਨੰਬਰ ਹਨ। ਇਸ ਲਈ ਇਹ ਨਵਾਂ ਵੈਕਟਰ ਵੀ ਉਸੇ ਸੈੱਟ ਨਾਲ ਸੰਬੰਧਿਤ ਹੋਵੇਗਾ। ਤਾਂ ਦੋਵੇਂ ਕਲੋਜ਼ਰ ਪ੍ਰਾਪਰਟੀਜ਼ ਇਸ ਸੈੱਟ ਲਈ ਸੰਤੁਸ਼ਟ ਹਨ ਅਤੇ ਇਸ ਲਈ ਇਹ R4 ਦੀ ਇੱਕ ਵੈਕਟਰ ਸਪੇਸ ਵੀ ਬਣਾਏਗੀ। ਇਸ ਲਈ ਇਹ R4 ਦੀ ਇੱਕ ਵੈਕਟਰ ਸਪੇਸ ਹੈ। ਜੋ ਕੁਝ ਵੀ ਬਚਿਆ ਹੈ ਉਸ ਅਸੀਂ ਹੇਠਾਂ ਦਿੱਤੇ ਲੈਕਚਰਾਂ ਵਿੱਚ ਸਿੱਖਾਂਗੇ ਕਿ ਇਹ ਕੁਦਰਤੀ ਤੌਰ ਤੇ ਇਸ R4 ਦਾ ਇੱਕ ਛੋਟਾ ਸੈੱਟ ਹੈ ਅਤੇ ਹੁਣ ਇਸ ਨੂੰ ਡਾਇਮੈਂਸ਼ਨ ਜਾਂ ਕੁਝ ਹੋਰ ਮਾਪਦੰਡਾਂ ਦੇ ਟਰਮਜ਼ ਵਿੱਚ ਕਿਵੇਂ ਕੁਆਂਟੀਫਾਈ ਕਰਨਾ ਹੈ, ਤਾਂ ਅਸੀਂ ਹੇਠਾਂ ਦਿੱਤੇ ਲੈਕਚਰਸ ਵਿੱਚ ਇਸ ਬਾਰੇ ਵੀ ਗੱਲ ਕਰਾਂਗੇ। ਅਤੇ ਹੁਣ ਕਨਕਲੂਜ਼ਨ ਤੇ ਆਉਂਦੇ ਹਾਂ। ਵੈਕਟਰ ਸਪੇਸ ਲਈ ਸਭ ਤੋਂ ਮਹੱਤਵਪੂਰਨ ਪ੍ਰਾਪਰਟੀਜ਼ ਇਹ ਐਡਿਟਿਵ ਕਲੋਜ਼ਰ ਅਤੇ ਇਹ ਸਕੇਲਰ ਕਲੋਜ਼ਰ ਸਨ। ਤਾਂ u ਪਲਸ ਵੀ ਲਾਜ਼ਮੀ ਤੌਰ ਤੇ ਵੀ ਅਤੇ ਲੈਂਬਡਾ u ਵੀ ਨਾਲ ਸੰਬੰਧਿਤ ਹੋਣਾ ਚਾਹੀਦਾ ਹੈ। ਇਹ ਉਹ ਕਲੋਜ਼ਰ ਪ੍ਰਾਪਰਟੀਜ਼ ਹਨ ਜੋ ਵੈਕਟਰ ਸਪੇਸਿਸ ਦੀਆਂ ਸਭ ਤੋਂ ਮਹੱਤਵਪੂਰਨ ਪ੍ਰਾਪਰਟੀਜ਼ ਹਨ। ਅਸੀਂ ਸਪੇਸ ਵੈਕਟਰ ਸਪੇਸਿਸ, ਵੈਕਟਰ ਸਬ ਸਪੇਸਸ ਸਮੇਤ ਕਈ ਉਦਾਹਰਨਾਂ ਵੇਖੀਆਂ ਹਨ। ਇਸ ਲਈ ਇਹ ਉਹ ਹਵਾਲੇ ਹਨ ਜੋ ਲੈਕਚਰ ਤਿਆਰ ਕਰਨ ਲਈ ਵਰਤੇ ਜਾਂਦੇ ਹਨ। ਅਤੇ ਧਿਆਨ ਦੇਣ ਲਈ ਤੁਹਾਡਾ ਧੰਨਵਾਦ।